ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦਰਸ਼ਕੋ। ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ। ਤੁਸੀਂ ਦੇਖ ਰਹੇ ਹੋ ਜਸ ਟੀਵੀ, ਹੱਕ ਸੱਚ ਤੇ ਆਵਾਮ ਦੀ ਆਵਾਜ਼। ਦਰਸ਼ਕੋ, ਆਪਾਂ ਕੱਲ ਪ੍ਰੋਗਰਾਮ ਕੀਤਾ ਸੀਗਾ ਹੜ੍ਹਾਂ ਬਾਰੇ, ਉਦੋਂ ਬਾਅਦ ਹੜ੍ਹਾਂ ਤੋਂ ਬਾਅਦ ਫੈਲਣ ਵਾਲੀ ਬਿਮਾਰੀ ਬਾਰੇ, ਉਹਦੀ ਰੋਕਥਾਮ ਬਾਰੇ, ਪ੍ਰੀਕਾਸ਼ਨਸ ਕੀ ਲਈ ਜਾਣ, ਸਰਕਾਰ ਦਾ ਫੇਲੀਅਰ ਕਿੱਥੇ ਰਿਹਾ ਕਿੱਥੇ ਨਹੀਂ ਰਿਹਾ, ਆਪਾਂ ਸਾਰੀਆਂ ਗੱਲਾਂ ਕੀਤੀਆਂ ਸੀਗੀਆਂ। ਅਤੇ ਇਸੇ ਸੰਦਰਭ ਦੇ ਵਿੱਚ ਹੀ ਆਪਾਂ ਇੱਕ ਪ੍ਰੋਗਰਾਮ ਪਿਛਲੇ ਹਫ਼ਤੇ ਵੀ ਕੀਤਾ ਸੀਗਾ, ਪਰ ਉੱਥੇ ਆਪਾਂ ਨੂੰ ਨੁਕਸਾਨ ਹੀ ਨੁਕਸਾਨ ਦਿਖਾਈ ਦਿੱਤਾ ਸੀਗਾ ਹਰ ਪਾਸੇ। ਮਤਲਬ ਕਿ ਜਾਂ ਤਾਂ ਪਸ਼ੂ ਰੁੜੇ ਜਾ ਰਹੇ ਆ, ਜਾਂ ਕਿਸ ਦਾ ਮਕਾਨ ਢਹਿ ਰਿਹਾ ਆ, ਜਾਂ ਕਿਸ ਦੇ ਫਸਲ ਬਰਬਾਦ ਹੋ ਰਹੀ ਆ। ਆਪਾਂ ਇਹ ਚੀਜ਼ਾਂ ਨੋਟ ਕੀਤੀਆਂ ਸੀਗੀਆਂ ਔਰ ਸੁੱਖ ਮੰਗੀ ਸੀ ਉਹ ਪਰਮਪਿਤਾ ਪਰਮਾਤਮਾ ਕੋਲ ਕਿ ਛੇਤੀ ਜਿਹੜੀ ਜ਼ਿੰਦਗੀ ਹੈ ਦੁਬਾਰਾ ਪਟਰੀ 'ਤੇ ਆ ਜਾਵੇ। ਅਤੇ ਕੁਦਰਤ ਕਿੰਨੀ ਬੇਅੰਤ ਹੈ ਉਹ ਤੁਸੀਂ ਆਪ ਦੇਖਿਆ ਹੋਣਾ ਔਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਕਿ ਕੋਈ ਨੌਜਵਾਨ, ਕੋਈ ਬੱਚਾ ਜਿਹੜਾ ਹੈਗਾ ਉਹ 35-36 ਸਾਲਾਂ ਦਾ ਹੋ ਜਾਂਦਾ ਔਰ ਸਮਾਜ ਸੇਵਾ ਦੇ ਵਿੱਚ ਪੂਰਾ ਰੱਜ ਕੇ ਹਿੱਸਾ ਲੈਂਦਾ। ਗੁਰਸਿੱਖ ਬੱਚਾ ਜਿਹੜਾ ਗੁਰਬਾਣੀ ਕੀਰਤਨ ਵੀ ਬਹੁਤ ਅੱਛੀ ਤਰ੍ਹਾਂ ਕਰਦਾ ਅਤੇ ਉਸ ਤੋਂ ਬਾਅਦ ਜਦੋਂ ਟਾਈਮ ਮਿਲਦਾ ਸਮਾਜ ਸੇਵਾ ਵੱਲ ਧਿਆਨ ਦਿੰਦਾ। ਅਤੇ ਪੂਰੀ ਡੀਟੇਲ ਤਾਂ ਆਪਾਂ ਉਹਨਾਂ ਤੋਂ ਹੀ ਪੁੱਛਾਂਗੇ ਕਿ 35 ਸਾਲ ਬਾਅਦ ਉਹਨਾਂ ਨੂੰ ਆਪਦੀ ਮਾਤਾ ਦੇ ਮਿਲਾਪ ਹੁੰਦੇ ਆ। ਬੜਾ ਉਹ ਭਾਵੁਕ ਕਰਨ ਵਾਲੀਆਂ ਤਸਵੀਰਾਂ ਸੀਗੀਆਂ। ਬੜਾ ਇਮੋਸ਼ਨਲ ਲੋਕ ਹੁੰਦੇ ਆ ਜਦੋਂ ਦੇਖਦੇ ਕਿ ਇੱਕ ਬੱਚੇ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਦੀ ਮਾਂ ਬਾਪ ਇਸ ਦੁਨੀਆ 'ਤੇ ਨਹੀਂ, ਫਿਰ ਇੱਕੋ ਦਮ ਪਤਾ ਲੱਗਦਾ ਕਿ ਉਹਨਾਂ ਦੀ ਮਾਤਾ ਜੀ ਹੈਗੇ ਆ। ਉਹ ਕਿਤੇ ਰੈਸਕਿਊ ਕਰਨ, ਕਿਤੇ ਸਮਾਜ ਸੇਵਾ ਕਰਨ, ਹੜ੍ਹਾਂ ਦੇ ਵਿੱਚ ਕਿਤੇ ਗਿਆ ਹੁੰਦਾ ਅਤੇ ਉੱਥੇ ਉਹਨੂੰ ਪਤਾ ਲੱਗਦਾ ਕਿ ਉਹਦਾ ਨਾਨਕਾ ਪਿੰਡ ਹੈ। ਉਸ ਤੋਂ ਬਾਅਦ ਉਹ ਆਪਦੀ ਮਾਤਾ ਨੂੰ ਮਿਲਦੇ ਹੈ ਅਤੇ ਬੜਾ ਭਾਵੁਕ ਕਰਨ ਵਾਲੇ ਜਿਹੜੀ ਸੀਨ ਸੀਗੇ ਉਦੋਂ ਆਪਾਂ ਨੂੰ ਦੇਖਣ ਨੂੰ ਮਿਲੇ। ਉਹ ਭਾਈ ਜਗਜੀਤ ਸਿੰਘ ਕਾਦੀਆਂ ਸਾਡੇ ਨਾਲ ਬਣੇ ਹੋਏ। ਬਾਬਾ ਜੀ, ਵਾਹਿ ਖਾਲਸਾ ਵਾਹਿ ਫਤਿਹ ਜੀ। ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਤੁਹਾਡਾ। ਜੀ ਜੀ ਖਾਲਸਾ ਜੀ। ਜਗਜੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੀ ਸਵੇਰੇ ਉੱਤੇ ਸਾਡੇ ਲਈ ਟਾਈਮ ਕੱਢਿਆ। ਅਤੇ ਖਾਲਸਾ ਜੀ, ਬਸ ਇੱਕੋ ਹੀ ਲੋਕ ਜਾਣਨਾ ਚਾਹੁੰਦੇ ਆ, ਉਹ ਵੀਡੀਓ ਵਾਇਰਲ ਹੋ ਗਈ, ਸਾਨੂੰ ਬਹੁਤ ਖੁਸ਼ੀ ਹੈ ਸਰ। ਪਰਿਵਾਰ ਦੇ ਵਿੱਚ ਅਪ ਐਂਡ ਡਾਊਨ ਚੱਲਦੇ ਰਹਿੰਦੇ, ਅਸੀਂ ਕਿਸੇ ਦੀ ਉਹ ਪਰਿਵਾਰਕ ਲਾਈਫ ਬਾਰੇ, ਪਰਸਨਲ ਵਾਲੇ ਕੋਈ ਗੱਲ ਨਹੀਂ ਕਰਨੀ। ਖੁਸ਼ੀ ਇਸ ਗੱਲ ਦੀ ਹੈ ਕਿ ਤੁਸੀਂ ਆਪਦੇ ਮਾਤਾ ਜੀ ਨੂੰ ਮਿਲੇ 35 ਸਾਲਾਂ ਬਾਅਦ। ਪਹਿਲਾਂ ਤਾਂ ਪੂਰਾ ਪ੍ਰਕਰਨ ਦੱਸੋ ਜੀ, ਕਿੱਦਾਂ ਸਬੱਬ ਕਿੱਦਾਂ ਬਣਿਆ, ਪਤਾ ਕਿੱਦਾਂ ਲੱਗਿਆ, 35 ਸਾਲ ਕਿੱਦਾਂ ਲੰਘੇ ਇਹਨਾਂ ਚੀਜ਼ਾਂ ਬਾਰੇ? ਜੀ, ਸਭ ਤੋਂ ਪਹਿਲਾਂ ਤੇ ਤਕਰੀਬਨ ਤੁਸੀਂ ਸਾਰੇ ਜਾਣ ਹੀ ਚੁੱਕੇ ਹੋ। ਅਸਲ 'ਚ ਕਹਾਣੀ ਬਹੁਤ ਲੰਬੀ ਹੈ, ਮੈਂ ਸ਼ਾਰਟ ਟਾਈਮ ਦੇ ਵਿੱਚ ਤੁਹਾਨੂੰ ਦੱਸਣੀ ਚਾਹਾਂਗਾ। ਐਕਚੁਅਲੀ ਮੈਂ ਜਦੋਂ ਮੇਰਾ ਬਚਪਨ ਜਿਹੜਾ, ਮੇਰੇ ਦਾਦੀ ਔਰ ਦਾਦਾ ਜੀ ਸਨ, ਉਹ ਹਰਿਆਣੇ ਦੇ ਵਿੱਚ ਜੌਬ ਕਰਦੇ ਸਨ, ਹਰਿਆਣਾ ਪੁਲਿਸ ਦੇ ਵਿੱਚ। ਔਰ ਉੱਥੇ ਹੀ ਮੇਰੇ ਜਿਹੜੇ ਫਾਦਰ ਸਾਹਿਬ, ਉਹਨਾਂ ਦੀ ਮੈਰਿਜ ਹੁੰਦੀ ਹੈ ਪਟਿਆਲਾ ਦੇ ਵਿੱਚ। ਤਾਂ ਮੇਰਾ ਬਰਥ ਜਿਹੜਾ ਹੈ ਉਹ ਹਰਿਆਣੇ ਦਾ ਹੀ ਹੈ, ਕਰਨਾਲ ਡਿਸਟ੍ਰਿਕਟ ਦਾ ਮਧੂਬਨ ਦਾ। ਔਰ ਮੈਂ ਉਦੋਂ 6 ਮਹੀਨਿਆਂ ਦਾ ਸੀ। ਮੇਰੇ ਫਾਦਰ ਸਾਹਿਬ ਕਾਰ ਐਕਸੀਡੈਂਟ ਦੇ ਵਿੱਚ ਜਿਹੜੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਔਰ ਉਸ ਤੋਂ ਉਪਰੰਤ ਮੇਰੀ ਮਾਂ ਜਿਹੜੀ ਆ ਉਹ ਮੈਨੂੰ ਤਕਰੀਬਨ 1 ਸਾਲ ਤੱਕ ਆਪਣਾ ਦੁੱਧ ਵੀ ਪਿਆਉਂਦੀ ਹੈ ਔਰ 3 ਸਾਲ ਤੱਕ ਮੇਰਾ ਪਾਲਣ ਪੋਸ਼ਣ ਕਰਦੀ ਹੈ। ਔਰ ਉਹਦੇ 3 ਸਾਲਾਂ ਦੇ ਦੌਰਾਨ ਮੇਰਾ ਨਾਨਕਾ ਔਰ ਮੇਰਾ ਦਾਦਕਾ ਪਰਿਵਾਰ, ਜੋ ਸਾਡੀਆਂ ਸਮਾਜਿਕ ਕੁਰੀਤੀਆਂ ਚੱਲਦੀਆਂ ਨੇ, ਉਹਨਾਂ ਕਿਸੇ ਕਾਰਨਾਂ ਦੇ ਕਰਕੇ, ਆਈ ਡੋਂਟ ਨੋ ਉਹਨਾਂ ਦੇ ਵਿੱਚ ਉਸ ਸਮੇਂ ਕਿਹੜੇ ਹਾਲਾਤਾਂ ਦੇ ਵਿੱਚ ਮੇਰੀ ਮਾਂ ਜਿਹੜੀ ਆ ਉਹ ਮੈਨੂੰ ਛੱਡ ਕੇ ਜਾਣਾ ਪਿਆ 3-4 ਸਾਲ ਦੀ ਉਮਰ ਦੇ ਵਿੱਚ। ਔਰ ਉਸ ਤੋਂ ਬਾਅਦ ਮੇਰੇ ਦਾਦਾ ਔਰ ਦਾਦੀ ਜੀ ਨੇ ਮੈਨੂੰ 10ਵੀਂ ਤੱਕ ਪਾਲ ਪੋਸ ਕੇ ਵੱਡਾ ਕੀਤਾ। ਔਰ ਜਦੋਂ ਰਿਟਾਇਰਮੈਂਟ ਤੋਂ ਬਾਅਦ ਹਰਿਆਣੇ ਤੋਂ ਸਿੱਧਾ ਅਸੀਂ ਪੰਜਾਬ ਇੱਥੇ ਸ਼ਿਫਟ ਹੋ ਗਏ ਕਾਦੀਆਂ ਦੇ ਵਿੱਚ। ਤਾਂ ਮੇਰੇ ਦਾਦੀ ਦਾਦਾ ਜੀ ਨੇ ਮੈਨੂੰ ਪਾਲਿਆ। ਔਰ ਦਾਦੀ ਦਾਦਾ ਜੀ ਨੇ ਮੈਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ ਕਿ ਮੇਰੇ ਜਿਹੜੇ ਫਾਦਰ ਸਾਹਿਬ ਜਾਂ ਮੰਮੀ ਆ ਉਹ ਕਿੱਥੇ ਆ, ਕਿਉਂਕਿ ਮੇਰੇ ਦਾਦਾ ਦਾਦੀ ਨੇ ਹੀ ਮੈਨੂੰ ਪਾਲਿਆ। ਔਰ ਇਹ ਕਮੀ ਕਦੀ ਮਹਿਸੂਸ ਨਹੀਂ ਹੋਣ ਦਿੱਤੀ ਕਿ ਮੇਰੇ ਫਾਦਰ ਔਰ ਮਦਰ ਵੀ ਇਸ ਦੁਨੀਆ ਦੇ ਵਿੱਚ ਸਨ। ਤਾਂ ਜਦੋਂ 10ਵੀਂ ਤੱਕ ਉਹਨਾਂ ਨੇ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ ਔਰ ਮੈਨੂੰ ਇਸ ਚੀਜ਼ ਦਾ ਕੋਈ ਇਲਮ ਨਹੀਂ ਸੀ। ਔਰ ਉਹਦੇ ਦੌਰਾਨ ਜਦੋਂ 10ਵੀਂ ਮੈਂ ਕਲੀਅਰ ਕੀਤੀ ਤਾਂ ਮੇਰੇ ਦਾਦੀ ਜੀ ਦੀ ਅਚਾਨਕ ਮੌਤ ਹੋ ਜਾਂਦੀ ਹੈ। ਔਰ ਦਾਦੀ ਜੀ ਦੀ ਮੌਤ ਤੋਂ ਬਾਅਦ ਜਦੋਂ ਘਰ ਦੇ ਵਿੱਚ ਸਟੱਡੀ ਵੀ ਕਰਨੀ ਔਰ ਘਰ 'ਚ ਖਾਣਾ ਵਗੈਰਾ ਵੀ ਖੁਦ ਬਣਾਉਣਾ, ਤੇ ਮੇਰੇ ਦਾਦਾ ਜੀ ਸਨ, ਉਹ ਵੀ ਹੈਂਡੀਕੈਪ ਸੀ, ਉਹਨਾਂ ਦੀ ਵੀ ਸੇਵਾ ਸੰਭਾਲ ਦਾ ਜਿਹੜਾ ਮੈਨੂੰ ਗੁਰੂ ਰਾਮਦਾਸ ਜੀ ਨੇ ਮੌਕਾ ਦਿੱਤਾ। ਔਰ ਉਹਦੇ ਦੌਰਾਨ ਜਦੋਂ ਮੈਨੂੰ ਘਰ ਦੇ ਵਿੱਚ ਕੁਝ ਐਲਬਮਸ ਮਿਲੀਆਂ ਔਰ ਉਸ ਐਲਬਮਸ ਦੇ ਬਾਰੇ ਮੈਂ ਆਪਣੇ ਫਾਦਰ ਸਾਹਿਬ, ਆਪਣੇ ਦਾਦਾ ਜੀ ਨੂੰ ਪੁੱਛਿਆ ਕਿ ਐਲਬਮਸ ਕਿਸ ਦੀਆਂ ਨੇ, ਤਾਂ ਉਹਨਾਂ ਨੇ ਮੈਨੂੰ ਉਸ ਸਮੇਂ ਇਹ ਕਿਹਾ ਕਿ ਇਹ ਤੁਹਾਡੇ ਮੰਮੀ ਔਰ ਪਾਪਾ ਜੀ ਸਨ। ਔਰ ਉਹਨਾਂ ਨੇ ਗਲ ਵਿੱਚ ਲੈ ਕੇ ਰੋ ਕੇ ਮੈਨੂੰ ਦੱਸੀ ਸਾਰੀ ਕਹਾਣੀ ਕਿ ਤੁਹਾਡੇ ਫਾਦਰ ਔਰ ਮਦਰ ਜਿਹੜੇ ਸਨ, ਕਾਰ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ। ਤਾਂ ਉਹਨਾਂ ਨੇ ਉਸ ਸਮੇਂ ਵੀ ਮੈਨੂੰ ਇਹ ਨਹੀਂ ਦੱਸਿਆ ਕਿ ਸਟੋਰੀ ਕੀ ਸੀ ਬਚਪਨ ਦੇ ਵੇਲੇ, ਕਿਉਂਕਿ ਉਹਨਾਂ ਨੇ ਮੈਨੂੰ ਇਹ ਜ਼ਿਕਰ ਨਹੀਂ ਕੀਤਾ ਕਿ ਤੇਰੀ ਮਾਂ ਜਿਹੜੀ ਆ ਉਹ ਅਜੇ ਵੀ ਇਸ ਦੁਨੀਆ ਤੇ ਹੈ।
ਜਾਂ ਉਸ ਸਮੇਂ ਕੀ ਜਿਹੜਾ ਇਸ ਤਰ੍ਹਾਂ ਦਾ ਹੋਇਆ ਕਿ ਤੇਰੀ ਮਾਂ ਨੇ ਤੈਨੂੰ ਛੱਡ ਕੇ ਜਾਣਾ ਪਿਆ। ਤਾਂ ਕੁਝ ਸਮਾਂ ਬੀਤਦਾ ਹੈ, +2 ਮੈਂ ਕਲੀਅਰ ਕਰਦਾ ਹਾਂ, ਮੇਰੀ ਮੈਰਿਜ ਹੁੰਦੀ ਹੈ, ਬੱਚੇ ਹੁੰਦੇ ਹਨ। ਤਾਂ ਉਸ ਸਮੇਂ 2014 ਦੇ ਵਿੱਚ ਮੇਰੇ ਦਾਦਾ ਜੀ ਦੀ ਵੀ ਮੌਤ ਹੋ ਜਾਂਦੀ ਹੈ। ਦਾਦਾ ਜੀ ਦੀ ਮੌਤ ਤੋਂ ਬਾਅਦ ਜਦੋਂ ਮੈਂ ਆਪਣੀ ਲਾਈਫ ਦੇ ਵਿੱਚ ਅੱਗੇ ਵੱਧਦਾ ਹਾਂ, ਮੈਚੁਰ ਹੁੰਦਾ, ਥੋੜਾ ਰਿਸ਼ਤੇਦਾਰਾਂ ਵਿੱਚ ਵਿਚਰਦਾ ਹਾਂ, ਤਾਂ ਉਸ ਦੌਰਾਨ ਫਿਰ ਮੈਨੂੰ ਇਹ ਜਿਹੜੀ ਬਚਪਨ ਦੀ ਮੇਰੀ ਸਟੋਰੀ ਆ ਇਹ ਮੇਰੇ ਸਾਹਮਣੇ ਹੁੰਦੀ ਹੈ। ਕਿਤੇ ਨਾ ਕਿਤੇ ਮਾੜਾ ਮੋਟਾ ਮੈਨੂੰ ਕਿਸੇ ਰਿਸ਼ਤੇਦਾਰਾਂ ਪਾਸੋਂ ਪਤਾ ਲੱਗਦਾ, ਪਰ ਉਦੋਂ ਤੱਕ ਜਿਹੜੇ ਸਾਰਾ ਰਾਜ ਦੱਸ ਸਕਦੇ ਸੀ ਮੇਰੇ ਦਾਦੀ ਦਾਦਾ ਔਰ ਮੇਰੀ ਤਾਈ ਔਰ ਤਾਇਆ ਜੀ, ਉਹ ਵੀ ਉਹਨਾਂ ਦੀ ਵੀ ਡੈਥ ਹੋ ਜਾਂਦੀ ਹੈ ਜੋ ਇਸ ਰਾਜ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਤਾਂ ਰੀਸੈਂਟਲੀ ਪਿਛਲੇ 5-7 ਸਾਲਾਂ ਤੋਂ ਮੈਨੂੰ ਇਸ ਚੀਜ਼ ਬਾਰੇ ਕਲੀਅਰ ਪਤਾ ਲੱਗ ਚੁੱਕਾ ਸੀ ਕਿ ਅਸਲ ਦੇ ਵਿੱਚ ਕਹਾਣੀ ਕੀ ਹੋਈ ਸੀ ਔਰ ਮੇਰੀ ਮਾਂ ਮੈਨੂੰ ਛੱਡ ਕੇ ਜਾਣਾ ਪਿਆ। ਔਰ ਮੈਨੂੰ ਇਸ ਚੀਜ਼ ਬਾਰੇ ਮੇਰੀ ਮਾਂ ਦੇ ਪਿੰਡ ਔਰ ਕਿੱਥੇ ਮੈਰਿਜ ਹੋਈ ਸੀ ਇਸ ਚੀਜ਼ ਬਾਰੇ ਕੋਈ ਵੀ ਪਤਾ ਨਹੀਂ ਸੀਗਾ। ਤਾਂ ਅਚਾਨਕ ਹੁਣ ਕਾਫੀ ਲੰਬੇ ਸਮੇਂ ਤੋਂ ਅਸੀਂ ਇਸ ਭਾਲ ਦੇ ਵਿੱਚ ਸਾਂ ਕਿ ਮੇਰੀ ਮਾਂ ਕਿਤੇ ਨਾ ਕਿਤੇ ਸਾਡਾ ਮੇਲ ਹੋਏ। ਔਰ ਅਚਾਨਕ ਫਲੱਡ ਦੇ ਦੌਰਾਨ ਜਿਹੜਾ ਹੜ੍ਹ ਪੀੜਤ ਸਾਡਾ ਪੰਜਾਬ ਇਸ ਸਮੇਂ ਕਈ ਜ਼ਿਲ੍ਹੇ ਆ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ, ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਉੱਥੇ ਸਾਡੀਆਂ ਟੀਮਾਂ ਖਾਲਸਾ ਏਡ ਦੀਆਂ ਔਰ ਭਾਈ ਕਨ੍ਹਈਆ ਜੀ NGO ਵੱਲੋਂ ਰੈਸਕਿਊ ਟੀਮ ਦੇ ਵਿੱਚ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸਨ। ਤਾਂ ਉਸੇ ਦੌਰਾਨ ਮੈਂ ਪਟਿਆਲਾ ਦੇ ਵਿੱਚ ਸੀ ਔਰ ਪਟਿਆਲਾ ਦੇ ਵਿੱਚ ਹੀ ਮੈਨੂੰ ਮੇਰੇ ਭੂਆ ਜੀ ਦਾ ਫੋਨ ਕਾਲ ਆਉਂਦੀ ਹੈ ਕਿ ਬੇਟਾ ਤੂੰ ਕੀ ਕਰ ਰਿਹਾ, ਕਿੱਥੇ ਆ। ਵੈਸੇ ਨਾਰਮਲੀ ਉਹਨਾਂ ਨੇ ਕਾਲ ਕੀਤੀ ਔਰ ਮੈਂ ਉਹਨਾਂ ਨੂੰ ਜ਼ਿਕਰ ਕੀਤਾ ਕਿ ਮੈਂ ਪਟਿਆਲਾ ਦੇ ਵਿੱਚ ਠਹਿਰਿਆ। ਤਾਂ ਉਹਨਾਂ ਨੇ ਸ਼ਾਇਦ ਉਸ ਸਮੇਂ ਜਦੋਂ ਮੇਰੇ ਮੰਮੀ ਪਾਪਾ ਦੀ ਮੈਰਿਜ ਹੁੰਦੀ ਹੈ, ਮੇਰੀ ਭੂਆ ਜੀ ਦੀ ਏਜ ਵੀ ਛੋਟੀ ਸੀਗੀ ਔਰ ਉਹਨਾਂ ਨੇ ਸ਼ਾਇਦ ਉਹਨਾਂ ਨੂੰ ਕੋਈ ਪਿੰਡ ਦਾ ਨਾਮ ਜਿਹੜਾ ਹੈ ਉਹ ਪੂਰੀ ਤਰ੍ਹਾਂ ਜਾਂ ਕੁਛ ਯਾਦ ਨਹੀਂ ਸੀ। ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਬੇਟਾ ਸ਼ਾਇਦ ਤੇਰੇ ਨਾਨਕੇ ਜਿਹੜੇ ਨੇ ਉਹ ਪਟਿਆਲਾ ਜ਼ਿਲ੍ਹੇ ਦੇ ਵਿੱਚ ਸੀਗੇ। ਤਾਂ ਮੈਂ ਇੱਕਦਮ ਹੈਰਾਨ ਕੇ ਸ਼ੌਕ ਹੋ ਕੇ ਉਹਨਾਂ ਨੂੰ ਦੁਬਾਰਾ ਉਹ ਕਾਲ ਕੀਤੀ ਅਤੇ ਪੁੱਛਿਆ ਕਿ ਇੱਕ ਵਾਰੀ ਦੁਬਾਰਾ ਦੱਸ ਸਕਦੇ ਹੋ ਤੁਸੀਂ ਕੀ ਕਿਹਾ ਹੈ। ਤਾਂ ਉਹਨਾਂ ਨੇ ਕਿਹਾ ਕਿ ਮੈਂ ਸ਼ਾਇਦ ਕਿਹਾ ਕਿ ਤੇਰੇ ਨਾਨਕੇ ਪਟਿਆਲਾ ਏਰੀਆ ਦੇ ਵਿੱਚ ਆ। ਤਾਂ ਮੈਂ ਉਹਨਾਂ ਨੂੰ ਦੁਬਾਰਾ ਪੁੱਛਿਆ ਕਿ ਪਲੀਜ਼ ਤੁਸੀਂ ਮੈਨੂੰ ਇੰਨਾ ਹੋਰ ਦੱਸ ਸਕਦੇ ਹੋ ਕਿ ਉਸ ਪਿੰਡ ਦਾ ਕੋਈ ਨਾਮ ਤੁਹਾਨੂੰ ਯਾਦ ਹੋਵੇ। ਤਾਂ ਉਹਨਾਂ ਨੂੰ ਕਿਉਂਕਿ 35 ਸਾਲ ਹੋ ਚੁੱਕੇ ਇਸ ਗੱਲ ਨੂੰ ਤੇ ਨਾਮ ਉਹਨਾਂ ਨੂੰ ਸ਼ਾਇਦ ਕੁਛ ਚੰਗੀ ਤਰ੍ਹਾਂ ਯਾਦ ਨਹੀਂ ਸੀ। ਉਹਨਾਂ ਨੇ 2-3 ਪਿੰਡਾਂ ਦਾ ਜ਼ਿਕਰ ਕੀਤਾ ਤਾਂ ਉਹਨਾਂ ਦੇ ਵਿੱਚੋਂ ਬੋਹੜਪੁਰ ਪਿੰਡ ਸੀਗਾ ਇੱਕ ਜਿਹਦਾ ਜ਼ਿਕਰ ਉਹਨਾਂ ਨੇ ਕੀਤਾ। ਤੇ ਮੇਰੇ ਫਰੈਂਡਸ ਮੇਰੇ ਕੋਲ ਖੜੇ ਸੀ, ਉਹਨਾਂ ਨੂੰ ਜਦੋਂ ਮੈਂ ਬੋਹੜਪੁਰ ਪਿੰਡ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਆਪਾਂ ਪਟਿਆਲਾ ਜਿੱਥੇ ਖੜੇ ਹਾਂ ਇੱਥੋਂ 10-12 ਕਿਲੋਮੀਟਰ ਦੀ ਦੂਰੀ ਤੇ ਪਿੰਡ ਬੋਹੜਪੁਰ ਹੈ, ਪਟਿਆਲਾ ਤੋਂ ਰਾਜਪੁਰਾ ਰੋਡ। ਤੇ ਇਸ ਤਰ੍ਹਾਂ ਅਸੀਂ ਪਿੰਡ ਦੇ ਵਿੱਚ ਜਿਹੜਾ ਮੇਰਾ ਸ਼ਾਇਦ ਨਾਨਕਾ ਪਰਿਵਾਰ ਸੀ ਉਸ ਪਿੰਡ ਦੇ ਵਿੱਚ ਮੈਂ ਆਪਣੀ ਸਭ ਤੋਂ ਪਹਿਲਾਂ ਉਹ ਨਾਨੀ ਨੂੰ ਮਿਲਿਆ ਅਤੇ ਇਸ ਤਰ੍ਹਾਂ ਮੈਂ ਆਪਣੀ ਮਾਂ ਤੱਕ ਜਿਹੜਾ ਅਗਲੇ ਦਿਨ। ਖਾਲਸਾ ਜੀ ਬੜੀ ਇਮੋਸ਼ਨਲ ਸਟੋਰੀ ਤੁਸੀਂ ਦੱਸੀ, ਪਰ ਸਾਰੇ ਜਾਣਨਾ ਚਾਹੁੰਦੇ ਕਿ 35 ਸਾਲ ਤੁਹਾਨੂੰ ਪਤਾ ਨਹੀਂ ਲੱਗਿਆ ਜਾਂ ਕਿਸੇ ਨੇ ਦੱਸਿਆ ਨਹੀਂ ਕਿ ਤੁਹਾਡੇ ਮਾਤਾ ਜੀ ਆ ਹੁਣ ਸਬੱਬ ਬਣਿਆ, ਹੁਣ ਤੁਹਾਡਾ ਜੀ ਮਾਤਾ ਜੀ ਤੁਹਾਡੇ ਘਰੇ ਵੀ ਆਏ ਆ, ਚਲ ਜੋ ਵੀ ਆ ਜਿੱਥੇ ਉਹਨਾਂ ਰਹਿਣਾ, ਪਰ ਮੈਨੂੰ ਇਹ ਦੱਸੋ ਕਿ ਮਾਹੌਲ ਕਿੱਦਾਂ ਦਾ ਸੀ, ਤੁਹਾਡਾ ਆਪਦਾ ਪਰਿਵਾਰ ਵੀ ਹੈ, ਕਿੱਦਾਂ ਦਾ ਲੱਗਿਆ ਤੁਹਾਨੂੰ ਹੁਣ ਇਸ ਟਾਈਮ? ਜੀ ਬਹੁਤ ਵਧੀਆ ਲੱਗਿਆ ਮੈਨੂੰ। ਮੈਂ ਇੱਕ ਰਿਸ਼ਤੇ ਦੀ ਭਾਲ ਵਿੱਚ ਸੀਗਾ। ਮੇਰੀ ਮਾਂ ਮੇਰੇ ਤੋਂ ਇੰਨਾ ਚਿਰ ਵਿਛੜ ਚੁੱਕੀ ਹੈ, ਅਗਲੇ ਲਾਈਫ ਦੇ ਵਿੱਚ ਵੀ ਉਹਨੇ ਬਹੁਤ ਸਾਰੇ ਦੁੱਖ ਵੇਖੇ ਨੇ ਔਰ ਮੈਂ ਵੀ ਮਾਂ ਦੇ ਪਿਆਰ ਨਾਲੋਂ, ਆਪਣੀ ਨਾਨੀ ਦੇ ਪਿਆਰ ਨਾਲੋਂ, ਆਪਣੀਆਂ ਮਾਸੀਆਂ ਔਰ ਮਾਮਾ ਜੀ ਦੇ ਪਿਆਰ ਨਾਲੋਂ ਵਾਂਝਾ ਰਿਹਾ। ਹੁਣ ਮੇਰੀ ਮਾਂ ਜਿਹੜੀ ਆ ਉਹ ਮੈਨੂੰ ਮਿਲੀ ਹੈ, ਮੇਰੇ ਘਰ ਆਈ ਹੈ, ਕਿਉਂਕਿ ਸਾਰੇ ਕਹਿੰਦੇ ਨੇ, ਸਿਆਣੇ ਕਹਿੰਦੇ ਨੇ ਕਿ ਜੇ ਦੁਨੀਆ ਤੇ ਕਿਸੇ ਨੇ ਰੱਬ ਦੇਖਣਾ ਤਾਂ ਆਪਣੀ ਮਾਂ ਦੇ ਦਰਸ਼ਨ ਕਰ ਸਕਦਾ। ਔਰ ਮੇਰੀ ਮਾਂ, ਮੈਂ ਆਪਣਾ ਘਰ ਨਹੀਂ ਕਹਾਂਗਾ, ਉਹਦਾ ਆਪਣਾ ਘਰ ਹੈ, ਪਹਿਲੀ ਵਾਰੀ ਮੇਰੇ ਘਰ ਦੇ ਵਿੱਚ ਆਈ ਹੈ ਔਰ ਜਿੱਥੇ ਮੈਨੂੰ ਉਸ ਸਮੇਂ ਬਹੁਤ ਜ਼ਿਆਦਾ ਦੁੱਖ ਸੀਗਾ ਕਿ ਮੇਰੀ ਮਾਂ ਕਿਸ ਹਾਲਤ ਦੇ ਵਿੱਚ ਆ, ਕਿਉਂਕਿ ਉਹ ਹੈਂਡੀਕੈਪਟ ਹੋ ਚੁੱਕੇ ਨੇ, ਉਹਨਾਂ ਦੀ ਲੱਤ ਟੁੱਟ ਚੁੱਕੀ ਹੈ, ਉਹ ਤੁਰ ਨਹੀਂ ਸਕਦੇ। ਤਾਂ ਹੁਣ ਮੈਨੂੰ ਕਈ ਰਿਸ਼ਤੇ ਮੇਰੀ ਮਾਂ ਦੇ ਨਾਲ ਮਿਲੇ ਹਨ, ਤਾਂ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ। ਔਰ ਉੱਥੇ ਹੀ ਮੈਂ ਮਾਂ ਦੀ, ਗੁਰੂ ਰਾਮਦਾਸ ਮਹਾਰਾਜ ਜੀ ਨੇ ਮੈਨੂੰ ਮਾਂ ਦੀ ਸੇਵਾ ਦਾ ਜਿਹੜਾ ਮੌਕਾ ਦਿੱਤਾ, ਮੈਂ ਬਹੁਤ ਬਹੁਤ ਧੰਨਵਾਦ ਹਾਂ ਸਾਰਿਆਂ ਦਾ। ਗੁਰੂ ਸਾਹਿਬ, ਕਦੇ ਖਾਲਸਾ ਜੀ ਦਿਮਾਗ ਦੇ ਵਿੱਚ ਆਇਆ ਕਿ ਤੁਸੀਂ, ਮੈਂ ਤੁਹਾਨੂੰ ਦੇਖਿਆ ਤੁਸੀਂ ਸਮਾਜ ਸੇਵਾ ਵੀ ਬਹੁਤ ਕਰਦੇ ਹੋ, ਗੁਰੂ ਕੇ ਸਿੱਖ ਵੀ ਹੋ, ਕੀਰਤਨ ਬਹੁਤ ਸੋਹਣਾ ਕਰਦੇ ਹੋ, ਕਦੇ ਸੋਚਿਆ ਕਿ ਜੋ ਮੈਂ ਸਮਾਜ ਨੂੰ ਦੇ ਰਿਹਾ ਹਾਂ, ਆਪਦੀ ਬੈਸਟ ਸੇਵਾ ਦੇ ਰਿਹਾ, ਗੁਰੂ ਮਹਾਰਾਜ ਨੇ ਉਹਨੂੰ ਫੜ ਲਾਇਆ ਅਤੇ ਮੈਨੂੰ ਸਮਾਜ ਵੱਲੋਂ ਹੀ ਜਾਂ ਬਖਸ਼ਿਸ਼ ਹੋਈ ਗੁਰੂ ਮਹਾਰਾਜ ਦੀ ਕਿ ਉਹਨਾਂ ਨੇ ਮੈਨੂੰ ਮੇਰੀ ਮਾਂ ਨਾਲ ਮਿਲਾਤਾ? ਇੱਦਾਂ ਦੀ ਦਿਮਾਗ 'ਚ ਆਈ ਨਾ? ਰੂਹਾਨੀਅਤ ਵਾਲੇ ਪਾਸੇ ਵਾਲੇ ਬੰਦੇ ਹੋ ਤੁਸੀਂ। ਹਾਂਜੀ ਬਿਲਕੁਲ ਜੀ। ਜਦੋਂ ਤੱਕ ਮੈਨੂੰ ਗੁਰਬਾਣੀ ਦੀ ਸਮਝ ਲੱਗੀ, ਮੈਂ ਇਸ ਸੋਸ਼ਲ ਵਰਕ ਦੇ ਵਿੱਚ ਥੋੜਾ ਅੱਗੇ ਵਿਚਰਿਆ ਔਰ ਕਈ ਮਾਵਾਂ ਦੇ ਜਿਹੜੇ ਦਾਸ ਦੇ ਹੱਥੋਂ ਇਲਾਜ ਵੀ ਹੋਏ ਨੇ ਕਈਆਂ ਦੇ। ਔਰ ਮਤਲਬ ਜੇ ਸੇਵਾ ਵੱਲੋਂ ਜਾਣੀਏ ਤਾਂ ਜਿਹੜਾ ਗੁਰੂ ਸਾਹਿਬ ਨੇ ਉਹ ਸੇਵਾ ਦਾ ਫਲ ਸਾਨੂੰ ਡਬਲ ਕਰਕੇ ਵਾਪਸ ਕਰਦੇ ਨੇ ਔਰ ਨਾਲ ਹੀ ਕਰਦੇ ਨੇ। ਸਾਨੂੰ ਕਿਤੇ ਨਾ ਕਿਤੇ ਲੱਗਦਾ
ਸ਼ਾਇਦ ਨਹੀਂ ਹੈ, ਪਰ ਜਿਹੜੀ ਸੇਵਾ ਦਾ ਜਿਹੜਾ ਫਲ ਹੈ ਗੁਰੂ ਸਾਹਿਬ ਨੇ ਮੈਨੂੰ ਨਾਲ ਹੀ ਦਿੱਤਾ, ਔਰ ਅੱਜ ਇੱਕ ਬੜਾ ਵੱਡਾ ਫਲ ਜਿਹੜਾ ਗੁਰੂ ਸਾਹਿਬ ਨੇ ਮੇਰੀ ਮਾਂ ਦੇ ਰੂਪ ਵਿੱਚ ਝੋਲੀ ਪਾਇਆ। ਤੇ ਖਾਲਸਾ ਜੀ, ਮੈਨੂੰ ਇਹ ਪਤਾ ਲੱਗਿਆ ਸੀ ਤੁਹਾਡੇ ਮਦਰ ਜਿਹੜੇ ਆ ਉਹਨਾਂ ਦੀ ਹੈਲਥ ਜ਼ਿਆਦਾ ਠੀਕ ਨਹੀਂ ਹੈ, ਤੇ ਉਹ ਫਿਰ ਵੀ ਤੁਹਾਨੂੰ ਉੱਡ ਕੇ ਮਿਲੇ ਜਾਂ ਕਿੱਦਾਂ? ਹੁਣ ਇਸ ਟਾਈਮ ਹੁਣ ਤੁਹਾਡੇ ਮਦਰ ਦੀ ਸਿਹਤ ਕਿਸ ਤਰ੍ਹਾਂ ਹੈ? ਜੀ ਉਹਨਾਂ ਦੇ ਜਿਹੜੀ ਲੈਗ ਆ ਉਹਨਾਂ ਦੇ 3 ਆਪਰੇਟ ਹੋ ਚੁੱਕੇ ਹਨ, ਔਰ ਆਪਰੇਸ਼ਨ ਜਿਹੜਾ ਕੋਈ ਸਕਸੈਸਫੁਲ ਨਹੀਂ ਹੋਇਆ। ਪੀਜੀਆਈ ਤੋਂ ਵੀ ਆਪਰੇਟ ਉਹਨਾਂ ਦਾ ਹੋਇਆ, ਕਿਉਂਕਿ ਮੇਰੇ ਨਾਨਕਾ ਪਰਿਵਾਰ ਕਾਫੀ ਵੈਲ ਸੈਟਲਡ ਹੈ, ਉਹਨਾਂ ਨੇ ਬਹੁਤ ਵਧੀਆ ਟੇਕ ਕੇਅਰ ਕੀਤੀ ਉਹਨਾਂ ਦੀ, ਔਰ ਉਹਨਾਂ ਦਾ ਸ਼ਾਇਦ ਬਲੱਡ ਜਿਹੜਾ ਹੈ ਉਹ ਵੀ ਚੰਗੀ ਤਰ੍ਹਾਂ ਨਹੀਂ ਇਨਕਰੀਜ਼ ਹੁੰਦਾ, ਔਰ ਹੋਰ ਵੀ ਕਈ ਸਾਰੀਆਂ ਪ੍ਰੋਬਲਮਸ ਹੈਗੀਆਂ। ਮੈਂ ਇਹ ਅਰਦਾਸ ਗੁਰੂ ਸਾਹਿਬ ਅੱਗੇ ਕਰਦਾ ਕਿ ਮੇਰੀ ਮਾਂ ਨੂੰ ਜਲਦ ਤੋਂ ਜਲਦ ਤੰਦਰੁਸਤ ਕਰਨ, ਔਰ ਮੈਂ ਅੱਜ ਹੀ ਆਪਣੀ ਮਾਂ ਨੂੰ ਚੈੱਕਅਪ ਵਾਸਤੇ ਜਿਹੜਾ ਉਹ ਲੈ ਕੇ ਜਾ ਰਿਹਾ ਹਾਂ। ਤੇ ਖਾਲਸਾ ਜੀ, ਦੇਖੋ ਰਿਸ਼ਤੇ ਇਹ ਤਾਂ ਤੁਹਾਡੀ ਆਪ ਦਾ ਖੂਨ ਸੀ, ਤੁਹਾਡੀ ਮਦਰ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ। ਕਿਤੇ ਲੱਗਿਆ ਕਿ ਉਹਨਾਂ ਮਾਵਾਂ ਦੀਆਂ ਦੁਆਵਾਂ, ਜਿਨ੍ਹਾਂ ਮਾਵਾਂ ਦੀ ਤੁਸੀਂ ਸੇਵਾ ਕਿਤੇ ਨਾ ਕਿਤੇ ਕਰਦੇ ਰਹੇ ਹੋ, ਕਿਤੇ ਨਾ ਕਿਤੇ ਉਹ ਵੀ ਕੰਮ ਆਈਆਂ? ਬਿਲਕੁਲ ਜੀ, ਜਿਹੜੀਆਂ ਦੁਆਵਾਂ ਔਰ ਅਸੀਸਾਂ ਕਿਸੇ ਲੋੜਵੰਦ ਦੀਆਂ ਜਿਹੜੀਆਂ ਨੇ ਉਹ ਸਾਡੇ ਵਾਸਤੇ ਲੱਖਾਂ ਕਰੋੜਾਂ ਰੁਪਏ ਤੋਂ ਜ਼ਿਆਦਾ ਦੀਆਂ ਮੇਰੇ ਵਾਸਤੇ ਅਹਿਮੀਅਤ ਰੱਖਦੀਆਂ ਨੇ। ਮੈਂ ਛੋਟੀ ਜਿਹੀ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਕਿ ਪਿਛਲੇ ਸਮੇਂ ਦੌਰਾਨ ਮੇਰਾ ਘਰ ਸੀਗਾ, ਉਹਦਾ ਇੱਕ ਗੇਟ ਸੀਗਾ, ਉਹ ਕਾਫੀ ਛੋਟਾ ਸੀਗਾ, ਔਰ ਮੈਂ ਉਸ ਨੂੰ ਥੋੜਾ ਖੁੱਲਾ ਕਰਕੇ ਥੋੜਾ ਰੈਨਿਊ ਕਰ ਰਿਹਾ ਸੀਗਾ, ਤਾਂ ਉੱਥੋਂ ਦੀ ਇੱਕ ਅਚਾਨਕ ਇੱਕ ਬਜ਼ੁਰਗ ਔਰਤ ਲੰਘਦੇ ਨੇ, ਜਿਨ੍ਹਾਂ ਦਾ ਸ਼ਾਇਦ ਮੈਂ ਪਿਛਲੇ ਸਮੇਂ ਦੌਰਾਨ ਉਹਨਾਂ ਦੀ ਰਸੌਲੀ ਦਾ ਆਪਰੇਸ਼ਨ ਕਰਵਾਇਆ ਸੀਗਾ, ਗੁਰੂ ਸਾਹਿਬ ਨੇ ਕਰਵਾਇਆ ਸੀਗਾ ਸਾਡੇ ਕੋਲੋਂ, ਔਰ ਉਹ ਸਾਡੇ ਘਰ ਦੇ ਬਾਹਰੋਂ ਦੀ ਲੰਘ ਰਹੇ ਨੇ। ਮੈਂ ਅੰਦਰ ਸੀਗਾ, ਔਰ ਬਾਹਰੋਂ ਅੰਦਰ ਆਵਾਜ਼ ਜਿਹੜੀ ਉਹਨਾਂ ਦੀ ਸੁਣੀ ਕਿ ਬੇਟਾ ਤੈਨੂੰ ਇਹ ਉਹਨਾਂ ਨੇ ਕਿਹਾ ਕਿ ਜਗਜੀਤ ਸ਼ਾਇਦ ਘਰ ਨੂੰ ਚੇਂਜ ਕਰ ਰਿਹਾ, ਔਰ ਇਹਦਾ ਘਰ ਇਹਨੂੰ ਸੁੱਖ ਹੰਡਾਉਣਾ ਦੇਵੇ। ਔਰ ਕਿਉਂਕਿ ਦੇਖੋ ਕਈ ਰਿਸ਼ਤੇ ਨੇ ਜਿਹੜੇ ਤੁਹਾਡੇ ਤੋਂ ਜੈਲਸ ਕਰਦੇ ਨੇ, ਤੁਹਾਡੇ ਰਿਸ਼ਤੇਦਾਰ ਜਾਂ ਕੁਛ ਵੀ ਹੈ, ਬਟ ਇਹੋ ਜਿਹੇ ਜਿਹੜੇ ਤੁਹਾਡੇ ਕਰਮ ਕੀਤੇ ਹੋਏ ਨੇ ਉਹ ਤੁਹਾਡੇ ਅੱਗੇ ਆ ਕੇ, ਕਿਉਂਕਿ ਮੈਂ ਦੇਖੋ ਉਹ ਸੁਣ ਨਹੀਂ ਸੀ ਰਿਹਾ, ਪਰ ਫਿਰ ਵੀ ਉਹ ਲੇਡੀਜ਼ ਜਿਹੜੇ ਬਾਹਰ ਗਲੀ ਚੋਂ ਦੀ ਲੰਘ ਕੇ ਮੈਨੂੰ ਅਸੀਸ ਦੇ ਕੇ ਗਏ, ਔਰ ਮੈਨੂੰ ਅੰਦਰ ਬੈਠਿਆਂ ਨੂੰ ਅਸੀਸ ਸੁਣੀ, ਔਰ ਮੇਰੇ ਵਾਸਤੇ ਉਹ ਅਸੀਸ ਜਿਹੜੀ ਸੀ ਉਹ ਉਹਦੀ ਕੋਈ ਕੀਮਤ ਨਹੀਂ। ਬਹੁਤ ਵਧੀਆ ਆਪਣੇ ਖਾਲਸਾ ਜੀ, ਬੜੀ ਖੁਸ਼ੀ ਹੋਈ। ਔਰ ਜੇ ਤੁਸੀਂ NRI ਵਰਲਡ ਦੀ ਗੱਲ ਕਰੋ ਤਾਂ ਮੈਂ ਪਰਿਵਾਰਾਂ 'ਚ ਵਿਚਰਦਾ ਹਾਂ, ਅਤੇ ਲੇਡੀਜ਼ ਖਾਸ ਕਰਕੇ ਜਦੋਂ ਤੁਹਾਡੀ ਵੀਡੀਓ ਦੇਖੀ ਤਾਂ ਬਹੁਤ ਇਮੋਸ਼ਨਲ ਹੋ ਜਾਂਦੇ। ਬਹੁਤ ਖੁਸ਼ੀ ਹੈ ਸਾਰਿਆਂ ਨੂੰ ਤੁਹਾਡੇ ਲਈ, ਅਤੇ ਪਰਮਾਤਮਾ ਤੁਹਾਨੂੰ ਇੱਦਾਂ ਹੀ ਚੜ੍ਹਦੀ ਕਲਾ 'ਚ ਰੱਖੇ। ਆਪਾਂ ਹੋਰ ਗੱਲਾਂ ਵੀ ਕਰਨੀਆਂ ਕਿਉਂਕਿ ਤੁਸੀਂ ਹੋਰ ਕੰਮ ਵੀ ਕਰਦੇ ਹੋ, ਅਲੋਂਗ ਵਿਦ ਤੁਹਾਡੀ ਫੈਮਿਲੀ ਜਿਹੜੀ ਹੈਗੀ ਉਹਦੀ ਵੀ ਗੱਲ ਕਰਾਂਗੇ। ਪਰ ਮੈਨੂੰ ਇਹ ਦੱਸੋ, ਇੱਕ ਤੁਸੀਂ ਗੱਲ ਕਿਤੇ ਕੀਤੀ ਸੀ ਕਿ ਇੱਕ ਤਾਇਆ ਜੀ ਦਾ ਤੁਹਾਡਾ ਜ਼ਿਕਰ ਆਉਂਦਾ ਹੈ ਕਿ ਉਹਨਾਂ ਨੂੰ ਯਾਦ ਸੀ ਤੁਹਾਡੇ ਨਾਨਕਾ ਪਿੰਡ ਦਾ ਥੋੜ੍ਹਾ ਬਹੁਤ, ਉਹ ਗੱਲ ਸ਼ੇਅਰ ਕਰੋਗੇ ਦਰਸ਼ਕਾਂ ਨਾਲ? ਜੀ ਜੀ, ਮੇਰੇ ਤਾਇਆ ਜੀ ਨੇ ਜੋ ਪਿਛਲੇ 5-7 ਸਾਲਾਂ ਤੋਂ ਰਿਟਾਇਰਮੈਂਟ ਤੋਂ ਬਾਅਦ ਮੇਰੇ ਨਾਲ ਟੱਚ ਵਿੱਚ ਹਨ, ਕਿਉਂਕਿ ਉਹਨਾਂ ਦੇ ਵੀ ਜਿਹੜੇ ਬੱਚੇ ਆ ਉਹ ਆਸਟ੍ਰੇਲੀਆ ਦੇ ਵਿੱਚ ਆ, ਔਰ ਉਹਨਾਂ ਦੀ ਵੀ ਟੇਕ ਕੇਅਰ ਜਿਹੜੀ ਉਹ ਮੈਂ ਕਰ ਰਿਹਾ। ਔਰ ਅਚਾਨਕ ਜਦੋਂ ਮੈਨੂੰ ਪਤਾ ਚੱਲਦਾ ਹੈ ਕਿ ਮੇਰੇ ਨਾਨਕੇ ਦਾ ਪਰਿਵਾਰ ਔਰ ਮੇਰੀ ਭੂਆ ਨੂੰ ਸਿਰਫ ਪਿੰਡ ਤੱਕ ਹੀ ਪਤਾ ਸੀ, ਉਹਨਾਂ ਨੂੰ ਹੋਰ ਕੁਝ ਯਾਦ ਨਹੀਂ ਸੀ, ਤਾਂ ਮੇਰੇ ਨਾਨਾ ਜੀ ਨੂੰ ਮੇਰੇ ਤਾਇਆ ਜੀ ਨੂੰ ਕੁਛ ਨਾ ਕੁਛ ਕਿਤੇ ਉਸ ਚੀਜ਼ ਬਾਰੇ ਪਤਾ ਸੀ, ਕਿਉਂਕਿ ਮੇਰੇ ਉਹ ਫਾਦਰ ਔਰ ਮਦਰ ਦੀ ਮੈਰਿਜ ਤੇ ਆਏ ਸੀਗੇ। ਤਾਂ ਉਹਨਾਂ ਨੂੰ ਜਦੋਂ ਮੈਂ ਕਾਲ ਕਰਕੇ ਪੁੱਛਿਆ ਕਿ ਤਾਇਆ ਜੀ ਮੈਂ ਆਪਣੇ ਸ਼ਾਇਦ ਨਾਨਕਾ ਪਰਿਵਾਰ ਦਾ ਪਿੰਡ ਜਿਹੜਾ ਹੈ ਉਹ ਲੱਭ ਚੁੱਕਾ ਆ, ਮੈਂ ਪਿੰਡ ਦੇ ਵਿੱਚ ਪਹੁੰਚ ਚੁੱਕਾ ਆ, ਤਾਂ ਤੁਸੀਂ ਪਲੀਜ਼ ਮੈਨੂੰ ਕੋਈ ਨਾ ਕੋਈ ਇਹੋ ਜਿਹਾ ਕਲਿਊ ਕੋਈ ਦੇ ਸਕਦੇ ਹੋ ਜਿਹਦੇ ਨਾਲ ਮੈਂ ਭਾਲ ਕਰ ਸਕਾਂ ਆਪਣੇ ਪਰਿਵਾਰ ਦੀ। ਤਾਂ ਉਹਨਾਂ ਨੇ ਮੈਨੂੰ ਵਿਦਿਨ 30 ਮਿੰਟਸ ਦਾ ਬੈਕ ਕੋਲ ਯਾਦ ਕਰਕੇ ਸ਼ਾਇਦ ਉਹਨਾਂ ਨੇ ਮੈਨੂੰ ਦੱਸਿਆ ਕਿ ਹਾਂ ਮੈਨੂੰ ਇੰਨਾ ਯਾਦ ਆ, ਕਿਸੇ ਦਾ ਨਾਮ ਤਾਂ ਯਾਦ ਨਹੀਂ, ਬਟ ਇੰਨਾ ਯਾਦ ਆ ਕਿ ਮੈਂ ਦੇਖਿਆ ਸੀ ਤੁਹਾਡੇ ਨਾਨਾ ਜੀ, ਤੁਹਾਡੇ ਫਾਦਰ ਸਾਹਿਬ ਦੇ ਮੈਰਿਜ ਦੇ ਟਾਈਮ ਉਹਨਾਂ ਦਾ ਪੈਰਾਲਾਈਜ਼ ਹੋਇਆ ਸੀਗਾ ਉਹਨਾਂ ਨੂੰ, ਔਰ ਉਹਨਾਂ ਦਾ ਫੇਸ ਜਿਹੜਾ ਸੀਗਾ ਉਹ ਇੱਕ ਸਾਈਡ ਨੂੰ ਚਲਾ ਗਿਆ ਸੀ। ਤਾਂ ਉਹ ਮੇਰੇ ਵਾਸਤੇ, ਸਾਡੀ ਟੀਮ ਵਾਸਤੇ ਬੜਾ ਵੱਡਾ ਇੱਕ ਕਲਿਊ ਸਾਨੂੰ ਮਿਲਿਆ, ਔਰ ਉਸ ਕਲਿਊ ਦੇ ਕਰਕੇ ਪਿੰਡ ਦੇ ਵਿੱਚ ਜਦੋਂ ਅਸੀਂ ਪੁੱਛਿਆ ਕਿਸੇ ਬਜ਼ੁਰਗ ਨੂੰ ਕਿ ਆਪ ਜੀ ਦੇ ਪਿੰਡ ਦੇ ਵਿੱਚ ਕੋਈ ਇਹੋ ਜਿਹੇ ਬਜ਼ੁਰਗ ਹਨ ਜਿਨ੍ਹਾਂ ਦੀ ਪੈਰਾਲਾਈਜ਼ ਹੋਇਆ ਹੋਏ, ਜਿਨ੍ਹਾਂ ਨੂੰ ਪ੍ਰੈਜ਼ੈਂਟ ਟਾਈਮ ਜਾਂ ਪਿਛਲੇ ਸਾਲਾਂ ਦੇ ਵਿੱਚ, ਤਾਂ ਉਹਨਾਂ ਨੇ ਇੱਕੋ ਸ਼ਖਸ ਦਾ ਨਾਮ ਲਿਆ ਕਿ ਪ੍ਰੀਤਮ ਸਿੰਘ, ਤੇ ਉਹ ਮੇਰੇ ਨਾਨਾ ਜੀ ਸਨ। ਤਾਂ ਉਸ ਫੋਨ ਦੇ ਜ਼ਰੀਏ, ਉਸ ਪੈਰਾਲਾਈਜ਼ ਦੀ ਨਿਸ਼ਾਨੀ ਦੇ ਜ਼ਰੀਏ ਜਿਹੜਾ ਮੈਂ ਆਪਣੇ ਨਾਨਕਾ ਪਰਿਵਾਰ ਦੇ ਵਿੱਚ ਪਹੁੰਚਿਆ। ਤੇ ਖਾਲਸਾ ਜੀ, ਇੱਕ ਗੱਲ ਦੱਸੋ ਵੀ ਤੁਸੀਂ ਮੈਰਿਡ ਹੋ, ਤੁਹਾਡੇ ਆਪ ਦੇ ਬੱਚੇ ਵੀ ਹੈ, ਵਾਈਫ ਵੀ ਹੈ, ਉਹ ਕਿੰਨਾ ਕੁ ਖੁਸ਼ ਨੇ, ਕਿੰਨੇ ਕੁ ਗੁੱਡ ਫੀਲ ਕਰ ਰਹੇ ਹੈ ਬੱਚੇ ਆਪਦੀ ਦਾਦੀ ਨੂੰ ਮਿਲ ਕੇ? ਜੀ ਬਹੁਤ ਖੁਸ਼ ਨੇ ਉਹ। ਮੈਨੂੰ ਅਕਸਰ ਮੇਰੀ ਬੇਟੀ ਜਿਹੜੀ ਆ, ਉਹ ਮੇਰੀ 14 ਸਾਲ ਦੀ ਬੇਟੀ ਆ ਅਵਨੀਤ ਕੌਰ, ਔਰ ਜਦੋਂ ਵੀ ਮੈਂ ਇਮੋਸ਼ਨਲ ਹੋ ਕੇ ਘਰ ਦੇ ਵਿੱਚ ਕੋਈ ਇਹੋ ਜਿਹਾ ਸੀਨ ਜਾਂ ਮੈਨੂੰ ਮਾਂ ਦੀ ਯਾਦ ਆਉਂਦੀ ਸੀ, ਤਾਂ ਮੈਂ
ਥੋੜਾ ਮਨ ਭਰਦਾ ਸੀ। ਔਰ ਮੇਰੀ ਬੇਟੀ ਮੈਨੂੰ ਗੱਲ 'ਚ ਲੈ ਕੇ ਕਹਿੰਦੀ ਸੀ ਕਿ ਨਹੀਂ ਪਾਪਾ, ਸਾਨੂੰ ਜੇਕਰ ਦਾਦੀ ਇੱਥੇ ਹੈ, ਇਸ ਦੁਨੀਆ ਤੇ ਹੈ, ਤਾਂ ਇੱਕ ਦਿਨ ਸਾਨੂੰ ਜ਼ਰੂਰ ਮਿਲੇ। Lovely. WA business video. ਔਰ ਉਸੇ ਦੌਰਾਨ ਜਦੋਂ ਸੌਰੀ ਕਾਲ ਆ ਗਈ, ਉਸੇ ਦੌਰਾਨ ਜਦੋਂ ਅੱਜ ਉਹਨਾਂ ਨੂੰ ਉਹਨਾਂ ਦੀ ਦਾਦੀ ਔਰ ਮੇਰੀ ਵਾਈਫ ਨੂੰ ਵੀ ਸਟਾਰਟਿੰਗ ਤੋਂ ਸੱਸ ਦਾ ਪਿਆਰ ਨਹੀਂ ਮਿਲਿਆ, ਔਰ ਬੱਚੇ ਔਰ ਮੇਰੀ ਵਾਈਫ ਜਿਹੜੇ ਨੇ ਉਹ ਬਹੁਤ ਜ਼ਿਆਦਾ ਖੁਸ਼ ਨੇ, ਉਹਨਾਂ ਦੀ ਸੇਵਾ ਵਿੱਚ ਲੱਗੇ ਹੋਏ ਨੇ। ਹਰ ਇੱਕ ਚੀਜ਼ ਉਹਨਾਂ ਨੂੰ ਸਵੇਰੇ ਸ਼ਾਮ ਜਿਹੜੀ ਉਹ ਪੁੱਛਦੇ ਨੇ। ਘਰ ਦੇ ਵਿੱਚ ਬਹੁਤ ਵਧੀਆ ਮਾਹੌਲ ਮੈਨੂੰ ਦੇਖਣ ਨੂੰ ਮਿਲਿਆ। ਜੀ 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 ਜੀ, ਬਹੁਤ ਖੁਸ਼ੀ ਹੈ ਖਾਲਸਾ ਜੀ। ਹੁਣ ਮੈਨੂੰ ਇਹ ਦੱਸੋ ਕਿ ਆਪਾਂ ਸਮਾਜ ਸੇਵਾ 'ਚ ਬਾਤ 'ਚ ਆਉਂਦੇ, ਤੁਸੀਂ ਤੁਹਾਡੀਆਂ ਵੀਡੀਓਜ਼ ਹੈਗੀਆਂ ਕੀਰਤਨ ਕਰਦਿਆਂ ਦੀਆਂ, ਤੁਹਾਡੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਬਹੁਤ ਵਧੀਆ ਤੁਸੀਂ ਕੀਰਤਨ ਕਰਦੇ ਹੋ। ਇਹ ਸ਼ੁਰੂ ਤੋਂ ਰੁਝਾਨ ਸੀਗਾ ਜਾਂ ਕਿਸੇ ਤੋਂ ਸਿੱਖਿਆ ਮਿਲੀ ਕਿ ਚਲੋ ਗੁਰਬਾਣੀ ਵਾਲੇ ਪਾਸੇ ਲੱਗਦੇ ਆ, ਅਤੇ ਔਰ ਸ਼ਾਇਦ ਤੁਸੀਂ ਜਿਹੜਾ ਰੁਜ਼ਗਾਰ ਵੀ ਉੱਧਰ ਹੀ ਹੈ ਤੁਹਾਡਾ, ਉਹੀ ਕੰਮ ਕਰਦੇ ਔਰ ਇਹ ਕਿੱਥੋਂ ਤੁਹਾਨੂੰ ਸ਼ੁਰੂ ਕਿੱਥੋਂ ਹੋਇਆ ਇਹ ਕੰਮ? ਜੀ ਸਭ ਤੋਂ ਸਟਾਰਟਿੰਗ ਦੇ ਵਿੱਚ ਮੈਨੂੰ ਇਸ ਚੀਜ਼ ਬਾਰੇ ਕੋਈ ਇਲਮ ਨਹੀਂ ਸੀ, ਔਰ ਨਾ ਹੀ ਕੋਈ ਅੰਦਾਜ਼ਾ ਸੀ ਕਿ ਗੁਰੂ ਸਾਹਿਬ ਮੈਨੂੰ ਇਸ ਲਾਈਨ ਵੱਲ ਪਾਉਣਗੇ। ਪਲੱਸ 2 ਤੋਂ ਬਾਅਦ ਜਦੋਂ ਮੈਂ ਪਲੱਸ 2 ਦੇ ਵਿੱਚ ਸੀਗਾ ਤਾਂ ਮੇਰੀ ਉਦੋਂ ਮਾੜੀ ਸੰਗਤ ਵੀ ਪੈ ਚੁੱਕੀ ਸੀ। ਮੈਂ ਆਪਣੇ ਕੇਸ ਵੀ ਕਤਲ ਕਰਵਾਏ, ਔਰ ਉਸ ਦੌਰਾਨ ਜਦੋਂ ਮੇਰੇ ਬਜ਼ੁਰਗ ਦਾਦਾ ਜੀ ਨੂੰ ਮੇਰਾ ਫਿਕਰ ਸੀ ਕਿ ਮੇਰੀ ਇੱਕੋ ਇੱਕ ਨਿਸ਼ਾਨੀ ਜਿਹੜੀ ਬੱਚੀ ਆ ਉਹ ਕਿਤੇ ਨਾ ਕਿਤੇ ਆਪਣੇ ਪੈਰਾਂ ਤੇ ਸੈੱਟ ਹੋਵੇ, ਤਾਂ ਉਦੋਂ ਹੀ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਜਿਉਂਦੇ ਜੂ ਆਪਣੇ ਜਿਹੜੇ ਪੋਤਰੇ ਦਾ ਉਹ ਘਰ ਇੱਕ ਵਾਰੀ ਵਸਾ ਕੇ ਜਾਵਾਂ, ਤਾਂ ਮੇਰੀ ਛੋਟੀ ਉਮਰ ਦੇ ਵਿੱਚ ਹੀ ਤਕਰੀਬਨ 19 ਸਾਲ ਦੀ ਉਮਰ 'ਚ ਮੇਰੀ ਜਿਹੜੀ ਉਹ ਮੈਰਿਜ ਹੋ ਜਾਂਦੀ ਹੈ। ਔਰ ਮੈਰਿਜ ਤੋਂ ਬਾਅਦ ਮੇਰੀ ਵਾਈਫ ਜਿਹੜੇ ਆ ਉਹ MA BEd ਮੈਨੂੰ ਮਿਲੇ, ਤੇ ਉਹਨਾਂ ਨੇ ਕਾਫੀ ਵਧੀਆ ਤਰੀਕੇ ਨਾਲ ਮੈਨੂੰ ਜਿਹੜਾ ਡੀਲ ਕੀਤਾ। ਮੈਂ ਕਿਤੇ ਨਾ ਕਿਤੇ ਜੇ ਅੱਜ ਮੈਨੂੰ ਕੋਈ ਜਾਣਦਾ ਹੈ ਤਾਂ ਮੈਂ ਉਹਦੇ ਵਿੱਚ ਆਪਣੀ ਵਾਈਫ ਦਾ ਬਹੁਤ ਵੱਡਾ ਯੋਗਦਾਨ ਸਮਝਦਾ। ਔਰ ਮੇਰੀ ਵਾਈਫ ਦੇ ਆਉਣ ਦੇ ਨਾਲ ਜਦੋਂ ਮੈਂ ਫਿਰ ਗੁਰਸਿੱਖੀ ਜੀਵਨ ਦੇ ਵਿੱਚ ਆਇਆ, ਮੈਂ ਅਖੰਡ ਪਾਠ ਸਾਹਿਬ ਕਰਨੇ ਸ਼ੁਰੂ ਕੀਤੇ। ਉਸ ਤੋਂ ਬਾਅਦ ਹੌਲੀ ਹੌਲੀ ਮੇਰਾ ਕੀਰਤਨ ਦਾ ਜਿਹੜਾ ਰੁਝਾਨ ਵੱਧਦਾ ਗਿਆ, ਔਰ ਮੈਂ ਇਸ ਟਾਈਮ MA ਮਿਊਜ਼ਿਕ ਕੀਤੀ ਹੋਈ ਹੈ, ਔਰ ਤਕਰੀਬਨ ਪਿਛਲੇ 16 ਸਾਲਾਂ ਤੋਂ ਇਸ ਲਾਈਨ ਦੇ ਵਿੱਚ ਆ। ਔਰ ਗੁਰੂ ਸਾਹਿਬ ਨੇ ਇਸ ਲਾਈਨ ਦੇ ਵਿੱਚ ਪੈਂਦਿਆਂ ਹੀ ਮੇਰੇ ਤੇ ਬਹੁਤ ਵੱਡੀ ਕਿਰਪਾ ਕੀਤੀ ਕਿ ਬਹੁਤ ਘੱਟ ਸਮੇਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਮੈਨੂੰ ਇਸ ਮੁਕਾਮ ਤੱਕ ਜਿਹੜਾ ਪਹੁੰਚਾਇਆ। ਜੀ ਜੀ ਜੀ, ਪਿੱਛੇ ਜਿਵੇਂ ਦੇਖਿਆ ਤੁਸੀਂ ਹਾਂਗਕਾਂਗ ਵੀ ਗਏ ਸੀ, ਗੁਰਦੁਆਰਾ ਸਾਹਿਬ ਉੱਥੇ ਕੀਰਤਨ ਵੀ ਕੀਤਾ ਤੁਸੀਂ, ਅਤੇ ਬੜਾ ਚੰਗਾ ਲੱਗਿਆ। ਕਿਉਂਕਿ ਇਹ ਚੀਜ਼ਾਂ ਝਾਤ ਤਾਂ ਪੈਂਦੀਆਂ ਜਦੋਂ ਤੁਸੀਂ ਵਾਇਰਲ ਹੋਏ, ਤੁਹਾਡੀ ਮਦਰ ਨਾਲ ਤੁਹਾਡਾ ਮੇਲ ਹੋਇਆ ਅਤੇ ਲੋਕਾਂ ਨੂੰ ਇਹ ਹੋਇਆ ਵੀ ਇੱਕ ਬੱਚਾ ਹੈ ਜਿਹੜਾ ਕਿਸੇ ਬਿਨਾਂ ਮਾਂ ਬਾਪ ਤੋਂ, ਜਿੱਦਾਂ ਸਲੂਟ ਟੂ ਤੁਹਾਡੇ ਦਾਦਾ ਦਾਦੀ ਨੇ, ਉਹਨਾਂ ਨੂੰ ਸਿੱਖਿਆ ਚੰਗੀ ਲੱਗੀ, ਪਰ ਹਾਲਾਤਾਂ ਦੇ ਹਿਸਾਬ ਨਾਲ ਦੇਖੀਏ ਤਾਂ ਕਿ ਤੁਸੀਂ ਕਿਸੇ ਹੋਰ ਲਾਈਨ ਨੂੰ ਵੀ ਫੜ ਸਕਦੇ ਸੀਗੇ। ਔਰ ਇਹ ਗੁਰੂ ਮਹਾਰਾਜ ਦੀ ਕਿਰਪਾ ਹੀ ਹੋਈ, ਤੁਸੀਂ ਕੀਰਤਨ ਵਾਲੇ ਪਾਸੇ ਵੀ ਲੱਗੇ ਹੋ ਅਤੇ ਤੁਹਾਡੀ ਮਦਰ ਨਾਲ ਵੀ ਤੁਹਾਡੇ ਮੇਲ ਹੋਏ। ਖਾਲਸਾ ਜੀ, ਮੈਂ ਨਾ ਹੁਣ ਆਪਾਂ ਸਮਾਜ ਸੇਵਾ ਵਾਲੇ ਪਾਸੇ ਚਾਹੀਏ, ਇਹ ਤੁਹਾਡਾ ਕੋਈ ਟਰਸਟ ਹੈ ਜਾਂ ਤੁਹਾਡੀ ਕੋਈ ਆਰਗੇਨਾਈਜੇਸ਼ਨ ਹੈ ਜਿੰਨਾ ਤੁਸੀਂ ਕੰਮ ਕਰਦੇ ਹੋ, ਜਾਂ ਆਪ ਵੈਸੇ ਹੀ ਗਰੁੱਪ ਬਣਾ ਕੇ ਕਰ ਰਹੇ ਹੋ? ਜੀ ਸਟਾਰਟਿੰਗ ਤੋਂ ਤਾਂ ਪਹਿਲਾਂ ਇੱਕ ਦੋ ਘਟਨਾਵਾਂ ਮੇਰੀ ਜ਼ਿੰਦਗੀ 'ਚ ਹੋਈਆਂ ਜਿਹਦਾ ਕਰਕੇ ਮੇਰੇ ਕੋਲ ਕਿਸੇ ਦਾ ਦਰਦ ਜਿਹੜਾ ਉਹ ਦੇਖਿਆ ਨਹੀਂ ਸੀ ਜਾਂਦਾ, ਕਿ ਇਨਸਾਨੀਅਤ ਵਾਸਤੇ ਕੰਮ ਕਰਨ ਦਾ ਜਿਹੜਾ ਸ਼ੁਰੂ ਤੋਂ ਜਜ਼ਬਾ ਜਿਹੜਾ ਰਿਹਾ ਸੀਗਾ। ਔਰ ਫਿਰ ਉਹਦੇ ਦੌਰਾਨ ਅਸੀਂ ਇੱਥੋਂ ਕਾਦੀਆਂ ਤੋਂ ਸ਼ੁਰੂਆਤ ਕੀਤੀ, ਭਾਈ ਕਨ੍ਹਈਆ ਜੀ NGO, ਔਰ ਜਿਹੜੀ ਪੂਰੇ ਪੰਜਾਬ ਤੱਕ ਹੁਣ ਕਰ ਰਹੀ ਹੈ। ਉਹਦਾ ਦਾਸ ਨੂੰ ਮੇਰੇ ਫਰੈਂਡਸ ਨੇ ਜਿਹੜਾ ਪ੍ਰੈਜ਼ੀਡੈਂਟ ਬਣਾਇਆ ਹੋਇਆ, ਔਰ ਉਹਦੇ ਦੌਰਾਨ ਦੀ ਪੰਜਾਬ ਸਟੇਟ ਬਲੱਡ ਡੋਨੇਸ਼ਨ ਟੀਮਸ ਅਸੀਂ ਪੂਰੇ ਪੰਜਾਬ ਦੇ ਵਿੱਚ ਬਣਾਈ ਹੋਈ ਹੈ, ਤੇ ਜਿੱਥੇ ਕਿਤੇ ਵੀ ਬਲੱਡ ਕੈਂਪ ਆਰਗੇਨਾਈਜ਼ ਜਿਹੜੇ ਹੁੰਦੇ ਨੇ ਜਾਂ ਹਰ ਇੱਕ ਸਿਟੀ ਦੇ ਵਿੱਚ ਅਸੀਂ ਜਿਹੜੀ ਟੀਮ ਬਣਾਈਆਂ ਹੋਈਆਂ ਕਿ ਕਿਸੇ ਨੂੰ ਵੀ, ਕਿਸੇ ਲੋੜਵੰਦ ਨੂੰ ਜਦੋਂ ਬਲੱਡ ਦੀ ਲੋੜ ਹੁੰਦੀ ਹੈ ਕਿਸੇ ਵੀ ਹਸਪੀਟਲ ਦੇ ਵਿੱਚ, ਤੇ ਸਾਡੀ ਵਿਦਿਨ 20 ਔਰ 30 ਮਿੰਟਸ ਦੇ ਵਿੱਚ ਅਸੀਂ ਉਹਨਾਂ ਨੂੰ ਬਲੱਡ ਜਿਹੜਾ ਮੁਹੱਈਆ ਕਰਾਉਂਦੇ ਹਾਂ। ਉਹਦੇ ਦੌਰਾਨ ਦੀ ਪੰਜਾਬ ਹਰਿਆਵਲ ਲਹਿਰ ਦੇ ਵਿੱਚ ਜਿਹੜਾ ਸੁਹਾਂਜਣੇ ਦਾ ਬੂਟਾ ਔਰ ਕਈ ਕੁਦਰਤ ਦੇ ਨਾਲ ਪਿਆਰ ਕਰਨ ਵਾਲੇ ਵੀਰਾਂ ਨੂੰ ਨਾਲ ਲੈ ਕੇ ਅਸੀਂ ਜਿਹੜੇ ਆ ਸੁਹਾਂਜਣੇ ਦਾ ਬੂਟਾ ਜਿਹੜਾ ਹੈ ਉਹ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਲਗਾਉਂਦੇ ਹਾਂ। ਔਰ ਉਹਦੇ ਨਾਲ ਖਾਲਸਾ ਏਡ ਦੇ ਵਿੱਚ ਵੀ ਕੰਮ ਕਰਨ ਦਾ, ਉਹਨਾਂ 'ਚ ਸੇਵਾ ਨਿਭਾਉਣ ਦਾ ਜਿਹੜਾ ਉਹ ਵੀ ਮੌਕਾ ਜਿਹੜਾ ਗੁਰੂ ਸਾਹਿਬ ਨੇ ਮੈਨੂੰ ਦਿੱਤਾ ਹੈ। ਸੋ ਇਹ ਕਈ NGOs ਦੇ ਵਿੱਚ ਜਿਹੜਾ ਉਹ ਸਾਰਾ ਜਿਹੜਾ ਸਿਸਟਮ ਆ, ਸਾਰੇ ਅਸੀਂ ਕੀ ਰਲ ਕੇ ਜਿਹੜਾ ਉਹ ਨਿਭਾ ਰਹੇ ਹਾਂ। ਜੀ ਜੀ ਜੀ, ਅਤੇ ਖਾਲਸਾ ਜੀ, ਇੱਕ ਤੁਸੀਂ ਕਾਦੀਆਂ ਦੇ ਵਿੱਚ ਹੀ ਲੈਬੋਰਟਰੀ, ਕਲੀਨਿਕਲ ਲੈਬੋਰਟਰੀ ਵੀ ਖੋਲ੍ਹੀ ਹੈ, ਅਤੇ ਕਿੰਨਾ ਕੁ ਖਰਚਾ ਆਇਆ? ਕਿਹੜੇ ਕੋਈ ਦਾਨੀ ਸੱਜਣ ਵੀ ਸੀਗੇ ਜਾਂ ਉਹ ਸਰਕਾਰੀ ਆੜ ਨਾਲ ਖੁੱਲ੍ਹੀ ਹੈ, ਅਤੇ ਕਿੰਨੇ ਕੁ ਪੇਸ਼ੈਂਟਸ ਨੂੰ ਉਹਦਾ ਲਾਭ ਮਿਲ ਰਿਹਾ ਇਸ ਟਾਈਮ? ਜੀ ਉਹ ਸਾਡੇ SP ਸਿੰਘ ਓਬਰਾਏ ਵੱਲੋਂ, ਤੁਸੀਂ ਸੁਣਿਆ ਹੋਣਾ ਦੁਬਈ ਤੋਂ, ਸਰਬਤ ਦਾ ਭਲਾ, ਉਹਨਾਂ ਵੱਲੋਂ ਜੀ SP ਸਿੰਘ ਓਬਰਾਏ ਵੱਲੋਂ ਬਹੁਤ ਵੱਡੇ ਕਾਰਜਾਂ ਦੇ ਉੱਤੇ ਸਾਡੇ ਬਟਾਲਾ ਸਿਟੀ ਦੇ ਵਿੱਚ ਔਰ ਕਾਦੀਆਂ ਸਿਟੀ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦਾ ਸਾਰਾ ਸਹਿਯੋਗ ਹੈ, ਸਾਰਾ ਖਰਚਾ ਉਹੀ ਕਰਦੇ ਨੇ। ਔਰ ਇੱਥੋਂ ਦੀ ਟੇਕ ਕੇਅਰ ਜਾਂ ਸਟਾਫ ਅਸੀਂ ਦੇਖਿਆ, ਔਰ ਕਾਦੀਆਂ ਦੇ ਵਿੱਚ ਉਹ ਲੈਬ ਜਿਹੜੀ ਉਹ ਚੱਲ ਰਹੀ ਹੈ,
ਔਰ ਜਿਹੜਾ ਟੈਸਟ ਬਾਹਰੋਂ ਤਕਰੀਬਨ 2500 ਰੁਪਏ ਦੇ ਵਿੱਚ ਫੁੱਲ ਬੋਡੀ ਚੈੱਕਅਪ ਹੁੰਦਾ ਹੈ, ਉੱਥੇ ਸਿਰਫ 3-350 ਰੁਪਏ ਦੇ ਵਿੱਚ ਫੁੱਲ ਬੋਡੀ ਚੈੱਕਅਪ ਜਿਹੜਾ ਹੋ ਜਾਂਦਾ। ਔਰ ਡੇਲੀ ਦੇ ਤਕਰੀਬਨ 100 ਪਲੱਸ ਪੇਸ਼ੈਂਟ ਜਿਹੜੇ ਨੇ ਉੱਥੇ ਉਹ ਆਪਣਾ ਟ੍ਰੀਟਮੈਂਟ ਜਿਹੜਾ ਉਹ ਆਪਣਾ ਲੈਬ ਦੇ ਟੈਸਟ ਜਿਹੜੇ ਉਹਨਾਂ ਦਾ ਫਾਇਦਾ ਜਿਹੜਾ ਚੁੱਕ ਰਹੇ ਨੇ। ਜੀ ਜੀ ਜੀ, ਉਹਦੇ ਨਾਲ ਦੀਆਂ ਹੋਰ ਵੀ ਲੈਬਸ ਹੈਗੀਆਂ ਉੱਥੇ ਕਾਦੀਆਂ ਦੇ, ਤਾਂ ਕਿ ਉਧਰ ਮਹਿੰਗਾ ਹੋਊਗਾ ਤਾਂ ਲੋਕ ਇੱਥੇ ਆ ਕੇ ਆਪਦਾ ਟੈਸਟ ਕਰਾ ਸਕਣ। ਜੀ ਜੀ ਜੀ, ਇਸੇ ਕਰਕੇ ਹੀ ਕਿਉਂਕਿ ਉਹ ਬਾਹਰ ਲੈਬ ਦੇ ਵਿੱਚ ਬਹੁਤ ਜ਼ਿਆਦਾ ਮਹਿੰਗੇ ਟੈਸਟ ਨੇ, ਜੋ ਆਮ ਇੱਕ ਨਾਰਮਲ ਇਨਸਾਨ ਜਾਂ ਕੋਈ ਗਰੀਬ ਉਹ ਟੈਸਟ ਜਿਹੜੇ ਉਹਨਾਂ ਵਾਸਤੇ ਬਹੁਤ ਜ਼ਿਆਦਾ ਮਹਿੰਗੇ ਪੈਂਦੇ ਹਨ। ਤੋਂ ਇਸ ਵਜ੍ਹਾ ਕਰਕੇ ਜਿਹੜਾ ਆ ਉੱਥੋਂ ਉਹਨਾਂ ਨੂੰ ਬਹੁਤ ਘੱਟ ਰੇਟ ਦੇ ਵਿੱਚ ਇਹ ਫਾਇਦਾ ਜਿਹੜਾ ਮਿਲਦਾ। ਜੀ ਜੀ ਜੀ, ਨੈਕਸਟ ਕੁਐਸਚਨ ਖਾਲਸਾ ਜੀ ਮੈਂ ਤਾਂ ਪੁੱਛ ਰਿਹਾ ਕਿਉਂਕਿ ਤੁਸੀਂ ਉਸ ਬਿਆਸ ਦਰਿਆ ਦੇ ਕੰਢੇ ਹੀ ਹੈ, ਤੁਹਾਡਾ ਜ਼ਿਆਦਾ ਦੂਰ ਨਹੀਂ ਹੈ ਤੁਹਾਡਾ ਕਸਬਾ, ਤੁਹਾਡਾ ਸ਼ਹਿਰ, ਤੇ ਉਹਦੇ ਹਾਲਾਤ ਦੱਸੋਗੇ? ਇਸ ਟਾਈਮ ਕੀ ਹਾਲਾਤ ਨੇ, ਕੀ ਅੰਡਰ ਕੰਟਰੋਲ ਹੈ ਸਿਚੁਏਸ਼ਨ ਜਾਂ ਕਿੱਦਾਂ? ਜੀ ਫਿਲਹਾਲ ਤੇ ਅੰਡਰ ਕੰਟਰੋਲ ਹੀ ਹੈ, ਲੇਕਿਨ ਪਾਣੀ ਜੋ ਇੱਕ ਦਰਿਆ ਅਸੀਂ ਪਹਿਲਾਂ ਦੇਖਦੇ ਆ ਰਹੇ ਹਾਂ ਕਿ ਇੱਕ ਨਹਿਰ ਦੇ ਰੂਪ ਵਿੱਚ ਸਿਰਫ ਚੱਲਦਾ ਸੀਗਾ, ਪਾਣੀ ਉਹਦੇ ਵਿੱਚ ਬਹੁਤ ਘੱਟ ਸੀਗਾ, ਬਟ ਹੁਣ ਜਦੋਂ ਪਾਣੀ ਛੱਡਿਆ ਗਿਆ ਤੇ ਉਸ ਕਿਉਂਕਿ ਦਰਿਆ ਦੇ ਲਾਗੇ ਜਿਹੜੀਆਂ ਫਸਲਾਂ ਸੀਗੀਆਂ, ਜਿਹੜੀਆਂ ਸ਼ਾਇਦ ਦਰਿਆ ਦਾ ਹੀ ਏਰੀਆ ਸੀ, ਔਰ ਸਾਡੇ ਲੋਕਾਂ ਨੇ ਉਸ ਦਰਿਆ ਦੇ ਏਰੀਆ ਦੇ ਵਿੱਚ ਆਪਣੀਆਂ ਫਸਲਾਂ ਜਿਹੜੀਆਂ ਬੀਜੀਆਂ ਨੇ, ਪਪੂਲਰ ਵਗੈਰਾ ਦੀ ਖੇਤੀ ਉੱਥੇ ਕੀਤੀ, ਔਰ ਉਹ ਸਾਰਾ ਏਰੀਆ ਜਿਹੜਾ ਉਹ ਪਾਣੀ ਦੇ ਵਿੱਚ ਜਿਹੜਾ ਆ ਚੁੱਕਾ ਹੈ। ਲੇਕਿਨ ਫਿਰ ਵੀ ਦਰਿਆ ਆਪਣੀ ਜਗ੍ਹਾ ਦੇ ਉੱਤੇ ਜਿਹੜਾ ਟਿਕਿਆ ਆ, ਉਹ ਅਸੀਂ ਆਸ ਕਰਦੇ ਹਾਂ ਕਿ ਉਹਦੇ ਨਾਲ ਕੋਈ ਜ਼ਿਆਦਾ ਨੁਕਸਾਨ ਜਿਹੜਾ ਉਹ ਨਾ ਹੋਵੇ, ਤੇ ਅਜੇ ਤੱਕ ਨਾ ਹੀ ਹੋਇਆ। ਤੇ ਗਵਰਨਮੈਂਟ ਵੱਲੋਂ, ਕਿਉਂਕਿ ਮੈਂ ਹੁਣੀ ਥੋੜ੍ਹਾ ਚਿਰ ਪਹਿਲਾਂ ਇੱਕ ਰਿਪੋਰਟ ਦੇਖੀ ਸੀਗੀ ਕਿ ਉਹ ਜਿਹੜਾ ਬਿਆਸ ਹੈ ਉਹ ਕਈ ਜਗ੍ਹਾ 'ਤੇ ਥੋੜ੍ਹਾ ਜਿਹਾ ਨਾਜ਼ੁਕ ਸਿਚੁਏਸ਼ਨ ਵਿੱਚ ਦੀ ਲੰਘ ਰਿਹਾ ਹੈ, ਅਤੇ ਗਵਰਨਮੈਂਟ ਵੱਲੋਂ ਵੀ ਪ੍ਰੀਕਾਸ਼ਨ ਲਏ ਜਾ ਰਹੇ ਨੇ। ਕੋਈ ਜਾਨੀ ਮਾਲੀ ਨੁਕਸਾਨ ਦਾ ਡਰ ਤਾਂ ਨਹੀਂ ਬਣਿਆ ਹੋਇਆ? ਨਹੀਂ ਜੀ, ਬਿਲਕੁਲ ਅਜੇ ਸਾਰਾ ਕੁਝ ਅੰਡਰ ਕੰਟਰੋਲ ਹੈ। ਔਰ ਦਰਿਆ ਦੇਖੋ ਜੀ, ਦਰਿਆ ਨੇ ਆਪਣਾ ਜਿਹੜਾ ਰਸਤਾ ਹੈ ਉਹ ਬਣਾਉਣਾ ਹੀ ਹੈ। ਜਿਹੜਾ ਦਰਿਆ ਦਾ ਏਰੀਆ ਜਿਹੜਾ ਆ ਉਹਨੇ ਅਜੇ ਤੱਕ ਕੋਈ ਬਾਹਰ ਇੱਦਾਂ ਦਾ ਨੁਕਸਾਨ ਨਹੀਂ ਕੀਤਾ, ਔਰ ਅਸੀਂ ਆਸ ਕਰਦੇ ਹਾਂ ਕਿ ਜਿਹੜੀਆਂ ਸਾਡੀ ਗਵਰਨਮੈਂਟ ਨੇ ਉਹ ਵੀ ਪੂਰਾ ਸਾਡਾ ਸਹਿਯੋਗ ਦੇ ਕੇ NGO ਨਾਲ ਮਿਲ ਕੇ, ਤੇ ਜੋ ਪੰਜਾਬ ਤੇ ਇਹ ਪਾਣੀ ਦਾ ਵੱਡਾ ਖਤਰਾ ਮੰਡਰਾ ਰਿਹਾ ਉਹਨੂੰ ਅਸੀਂ ਸਾਰੇ ਰਲ ਮਿਲ ਕੇ ਆਪਣੇ ਪੰਜਾਬ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕਰੀਏ। ਔਰ ਇੱਕ ਮੈਂ ਛੋਟੀ ਜਿਹੀ ਬੇਨਤੀ ਸਾਰਿਆਂ ਨੂੰ, ਤੁਹਾਡੇ ਜੇ ਟਾਈਮ ਹੈ ਤਾਂ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਪੰਜਾਬ ਦੇ ਵਿੱਚ ਸਾਡਾ ਬਹੁਤ ਜ਼ਿਆਦਾ ਜਜ਼ਬਾ ਸਾਡੇ ਸਿੱਖਾਂ ਦੇ ਵਿੱਚ ਹੈ ਕਿ ਕਿਤੇ ਵੀ ਕੋਈ ਕਿਸੇ ਨੂੰ ਆਫਤ ਆਉਂਦੀ ਹੈ, ਚਾਹੇ ਉਹ ਨਾਮ ਸਿੱਖ ਹੈ, ਚਾਹੇ ਉਹ ਇਨਸਾਨੀਅਤ ਨੂੰ ਮੁੱਖ ਰੱਖ ਕੇ ਅਸੀਂ ਉੱਥੇ ਸਾਰੇ ਪਹੁੰਚ ਜਾਂਦੇ ਹਾਂ। ਤਾਂ ਉੱਥੇ ਹੀ ਸਾਡੇ ਪਿੰਡਾਂ ਦੇ ਵਿੱਚ ਹੁਣ ਬਹੁਤ ਜ਼ਿਆਦੀਆਂ ਗਰਾਈਆਂ ਕਰਕੇ, ਗ੍ਰਾਂਟਾਂ ਇਕੱਠੀਆਂ ਕਰਕੇ ਤਾਂ ਕਿਸਾਨਾਂ ਦੇ ਜਿੱਥੇ ਹੜ੍ਹ ਪੀੜਤ ਇਲਾਕੇ ਨੇ ਉੱਥੇ ਪਹੁੰਚਿਆ ਜਾ ਰਿਹਾ। ਤੁਸੀਂ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਣੀ ਚਾਹੁੰਦਾ ਹਾਂ ਕਿ ਇੱਕ ਪਿੰਡ ਦੇ ਵਿੱਚੋਂ ਤਕਰੀਬਨ ਜਦੋਂ ਅਸੀਂ ਗਰਾਈ ਕਰਦੇ ਹਾਂ ਤਾਂ 70-80 ਹਜ਼ਾਰ ਰੁਪਏ ਇੱਕ ਪਿੰਡ ਦੇ ਵਿੱਚੋਂ ਜਿਹੜਾ ਉਹ ਇਕੱਠਾ ਹੁੰਦਾ ਹੈ। ਮੈਂ ਫੋਰ ਐਗਜ਼ਾਮਪਲ ਦੇ ਰਿਹਾ ਤੁਹਾਨੂੰ ਪਿੰਡ ਦੀ। ਔਰ ਉਸ ਪਿੰਡ ਦੇ ਨੌਜਵਾਨਾਂ ਨੇ ਕੀ ਕੀਤਾ ਕਿ ਉਸ ਪਿੰਡ ਦੇ ਵਿੱਚ ਉਸ 80,000 ਰੁਪਏ ਦੇ ਨਾਲ ਟਰਾਲੀ ਦੇ ਵਿੱਚ ਰਾਸ਼ਨ ਭਰ ਲਿਆ ਕਿ ਹੜ੍ਹ ਪੀੜਤਾਂ ਵਾਸਤੇ ਲੈ ਕੇ ਜਾਣਾ। ਔਰ ਉਹਨਾਂ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਨਹੀਂ ਪਤਾ ਕਿ ਆਪਾਂ ਕਿਹੜੇ ਪਿੰਡ ਦੇ ਵਿੱਚ, ਕਿੱਥੇ ਏਰੀਏ ਦੇ ਵਿੱਚ ਆਪਾਂ ਇਹ ਟਰਾਲੀ ਲੈ ਕੇ ਜਾ ਰਹੇ ਹਾਂ। ਔਰ ਉਹ ਰਸਤੇ ਦੇ ਵਿੱਚ ਜਾ ਕੇ ਉਸ ਪਿੰਡ ਦੀ ਪਹਿਲਾਂ ਖੋਜ ਕਰਦੇ ਨੇ ਕਿ ਕਿੱਥੇ ਪਾਣੀ ਆਇਆ, ਉੱਥੇ ਉਹ ਟਰਾਲੀ ਲੈ ਕੇ ਜਾ ਰਹੇ। ਟਰਾਲੀ ਲੈ ਕੇ ਜਦੋਂ ਉਸ ਪਿੰਡ ਦੇ ਵਿੱਚ ਖੜੀ ਕਰ ਦਿੱਤੀ ਤਾਂ ਉਹ ਰਾਸ਼ਨ ਜਿਹੜਾ ਆ ਉਹ ਉੱਥੇ ਉਹਨਾਂ ਨੇ ਸਾਰਾ ਜਿਹੜਾ ਉਹ ਵੰਡ ਦਿੱਤਾ। ਅੱਧੇ ਘੰਟੇ ਦੇ ਵਿੱਚ ਟਰਾਲੀ ਜਿਹੜੀ ਆ ਉਹ ਖਤਮ ਹੋ ਗਈ। ਹੁਣ ਇੱਥੇ ਰੁਕ ਕੇ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਇੱਕ ਕਿਸਾਨ ਆ, ਫੋਰ ਐਗਜ਼ਾਮਪਲ ਇੱਕ ਕਿਸਾਨ ਦੀ 3 ਕਿੱਲੇ ਜ਼ਮੀਨ ਆ, ਉਹਦੀਆਂ 2 ਮੱਝਾਂ ਸਨ, ਉਹ ਮਰ ਗਈਆਂ, ਉਹਦੀ ਫਸਲ ਜਿਹੜੀ ਆ ਉਹ ਖਰਾਬ ਹੋ ਜਾਂਦੀ ਆ, ਔਰ ਉਹਦਾ ਆਪਣਾ ਜਿਹੜਾ ਕੱਚਾ ਘਰ ਆ ਉਹ ਪ੍ਰਭਾਵਿਤ ਹੋ ਗਿਆ, ਜਾਂ ਉਹ ਕਈਆਂ ਦੇ ਘਰ ਕੱਚੇ ਜਿਹੜੇ ਉਹ ਡਿੱਗ ਵੀ ਗਏ। ਹੁਣ ਉਸ ਕਿਸਾਨ ਨੂੰ ਲਾਈਨ ਦੇ ਵਿੱਚ ਲੱਗ ਕੇ ਇੱਕ ਰਾਸ਼ਨ ਦੀ ਪੋਟਲੀ ਔਰ ਪਾਣੀ ਜਿਹੜਾ ਉਹ ਕਦੀ ਵੀ, ਜਿਹੜਾ ਕਿਸਾਨ ਦਾ ਇੰਨਾ ਨੁਕਸਾਨ ਹੋਇਆ ਉਹ ਲਾਈਨ 'ਚ ਲਾ ਕੇ ਕਦੀ ਰਾਸ਼ਨ ਲੈਣ ਨਹੀਂ ਆਏਗਾ। ਉਸ ਨੂੰ ਕਿਰਪਾ ਕਰਕੇ ਜੇ ਉਸ ਨੂੰ ਦੇਣਾ ਆ ਤਾਂ ਪਹਿਲਾਂ ਸਰਵੇ ਕਰਕੇ ਪਤਾ ਕਰੋ, ਕਿਉਂਕਿ ਹੁਣ ਇਸ ਟਾਈਮ ਦੇ ਵਿੱਚ ਜਦੋਂ ਹੜ੍ਹ ਜਿੱਥੇ ਪਾਣੀ ਜਿਹੜਾ ਉਤਰ ਰਿਹਾ ਉਸ ਜਗ੍ਹਾ ਦੇ ਉੱਤੇ ਰਾਸ਼ਨ ਦੀ ਕੋਈ ਲੋੜ ਨਹੀਂ ਹੈ। ਰਾਸ਼ਨ ਦੀ ਲੋੜ ਜਿਹੜੇ ਰਾਸ਼ਨਾਂ ਦੇ ਨਾਲ ਘਰ ਉਹਨਾਂ ਨੇ ਭਰ ਲਏ ਹਨ, ਜਿਨ੍ਹਾਂ ਨੂੰ ਹੜ੍ਹ ਦੇ ਪਾਣੀ ਦੇ ਨਾਲ ਕੋਈ ਨੁਕਸਾਨ ਨਹੀਂ ਆਇਆ। ਸੋ ਇਹ ਅਸੀਂ ਪੈਸਾ ਵੇਸਟ ਕਰਕੇ ਜਿਹੜਾ 80,000 ਰੁਪਏ ਦੀ ਟਰਾਲੀ ਉੱਥੇ ਵੇਸਟ ਕਰਕੇ ਵਾਪਸ ਆਪਣੇ ਘਰ ਆ ਗਏ। ਲੋੜ ਸੀਗੀ ਉੱਥੇ ਕਿਸਾਨ ਨੂੰ ਚਾਰੇ ਦੀ, ਜੇ ਕਿਸੇ ਦੀ ਮੱਝ ਮਰ ਗਈ ਉਹਨੂੰ ਮੱਝ ਲੈ ਕੇ ਦਿੱਤੀ ਜਾਵੇ, ਔਰ ਨਵੀਂ ਖਾਦ, ਨਵਾਂ ਬੀਜ ਔਰ ਟਰੈਕਟਰਾਂ ਦੇ ਵਿੱਚ ਫਿਊਲ, ਇਹਨਾਂ ਚੀਜ਼ਾਂ ਦੀ ਉੱਥੇ ਜਿਹੜੀ ਹੈ ਬਹੁਤ ਜ਼ਿਆਦਾ ਲੋੜ ਹੈ। ਸੋ ਕਿਰਪਾ ਕਰਕੇ ਥੋੜਾ ਧਿਆਨ ਦੇ ਕੇ ਸਮਝਦਾਰੀ ਦੇ ਨਾਲ ਆਪਣਾ ਪੈਸਾ ਜਿਹੜਾ ਉਹ ਆਪਾਂ ਲਾਈਏ। ਇੱਕ ਤਾਂ ਟਿੱਪਣੀ ਆਈ ਸੀ, ਆਪਾਂ ਬਾਅਦ 'ਚ ਗੱਲ ਕਰਦੇ ਹਾਂ ਬਲੱਡ ਕੈਂਪ ਦੀ, ਉਹ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ। ਅਤੇ ਇੱਕ ਜਿਹੜੀ ਤੁਸੀਂ ਅਪੀਲ ਕੀਤੀ ਸੀ, ਮੈਂ ਚਾਹੁੰਦਾ ਕਿ ਅਸੀਂ NRI ਜਿਹੜੇ ਇੱਥੇ ਵਰਲਡ ਹੈ, ਚਾਹੇ ਨਿਊਜ਼ੀਲੈਂਡ ਹੈ, ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਇੰਗਲੈਂਡ ਜਾਂ ਯੂਰਪ ਦਾ ਕੋਈ ਹੋਰ ਦੇਸ਼ ਹੈ,
ਦੇਖੋ ਹਰੇਕ ਨੇ ਤਿਲ ਫੁੱਲ ਕੱਢਣਾ ਹੁੰਦਾ, ਦਸਵੰਧ ਪਾਉਣਾ ਹੁੰਦਾ। ਅਸੀਂ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਦੇ ਬੰਦੇ ਇਸ ਮੰਚ ਤੇ ਆਉਂਦੇ ਆ, ਪਰ ਜਿਹੜੇ ਤੁਹਾਡੇ ਏਰੀਏ ਦੇ ਬੰਦੇ ਹੈਗੇ ਆ, ਗੁਰਦਾਸਪੁਰ ਡਿਸਟ੍ਰਿਕਟ ਦੇ ਹੈ, ਕਾਦੀਆਂ ਦੇ ਹੈ, ਆਲੇ ਦੁਆਲੇ ਹੋਰ ਫਤਿਹਗੜ੍ਹ ਚੂੜੀਆਂ ਜਾਂ ਜੋ ਵੀ ਏਰੀਆ ਬਟਾਲਾ ਦਾ ਲੱਗਦਾ ਆ, ਤਾਂ ਅਸੀਂ ਉਹ NRI ਵੀਰਾਂ ਨੂੰ ਕਹਾਂਗੇ ਕਿ ਜ਼ਰੂਰ ਤੁਹਾਡੇ ਨਾਲ ਕੰਟੈਕਟ ਕਰਨ ਤੇ ਜਿਹੜੇ ਤੁਸੀਂ ਕੰਮ ਕਰ ਰਹੇ ਆ ਕੋਈ ਵਿੱਤੀ ਸਹਾਇਤਾ ਤੁਹਾਨੂੰ ਪਹੁੰਚਾਉਣ, ਜਿੰਨੀ ਵਿੱਤ ਅਨੁਸਾਰ ਹੈ, ਉਹਨਾਂ ਦੀ ਮਰਜ਼ੀ ਹੈ, ਤਾਂ ਕਿ ਤੁਸੀਂ ਜਿਹੜੇ ਤੁਹਾਡੇ ਉਪਰਾਲੇ ਆ ਉਹਨਾਂ ਨੂੰ ਤੁਸੀਂ ਅੱਗੇ ਲੈ ਕੇ ਜਾ ਸਕੋ। ਖਾਲਸਾ ਜੀ, ਇਹਦੇ ਬਾਰੇ ਕੁਝ ਕਹਿਣਾ ਚਾਹੋਗੇ ਹੋਰ? ਨਹੀਂ ਜੀ, ਕਲੀਅਰ ਹੈ। ਬਸ ਇਹੀ ਹੈ ਕਿ ਆਪਣਾ ਪੈਸਾ ਜਿਹੜਾ ਉਹ ਸਹੀ ਜਗ੍ਹਾ ਲੱਗੇ, ਜਿਹੜਾ ਅਸੀਂ ਦਸਵੰਧ ਕੱਢਿਆ ਉਹਦਾ ਮਿਸਯੂਜ਼ ਨਾ ਹੋਵੇ, ਉਹਦੇ 'ਚ ਕਲੈਰਿਟੀ ਹੋਵੇ ਪੂਰੀ ਕਿ ਤੁਹਾਡਾ ਦਿੱਤਾ ਹੋਇਆ ਦਸਵੰਧ ਜਿਹੜਾ ਉਹ ਕਿਹਦੇ ਤੱਕ ਪਹੁੰਚਿਆ ਹੈ। ਚਾਹੇ ਅਸੀਂ ਖੁਦ ਵੀ ਜਾ ਕੇ ਉੱਥੇ ਕਰੀਏ, ਪਰ ਕਰੀਏ ਉਸ ਜਗ੍ਹਾ ਤੇ ਜਿੱਥੇ ਉਸ ਦੀ ਲੋੜ ਹੈ। ਜੀ 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 ਭਾਈ ਸਾਹਿਬ ਜੀ, ਆਪਾਂ ਹੁਣ ਇੱਕ ਟਿੱਪਣੀ ਆਈ ਸੀਗੀ ਕਿ ਜਿਹੜਾ ਬਲੱਡ ਡੋਨੇਸ਼ਨ ਕੈਂਪ ਜਿਹੜਾ ਤੁਸੀਂ ਲਾਉਨੇ ਸੈਂਟਰ ਬਣਾਇਆ ਹੋਇਆ ਹੈ ਜਾਂ ਕਿਸ ਤਰ੍ਹਾਂ? ਦੇਖੋ, ਤੁਰਿਆ ਜਾਂਦਾ ਬੰਦਾ ਹਰੇਕ ਦੇ ਮਨ 'ਚ ਦਇਆ ਆਉਂਦੀ ਹੈ ਕਿ ਯਾਰ ਜੇ ਮੈਂ ਹੈਲਥੀ ਹਾਂ ਤਾਂ ਮੈਂ ਥੋੜ੍ਹਾ ਜਿਹਾ ਮੈਂ ਵੀ ਬਲੱਡ ਦੇ ਦਾਂ, ਪਰ ਉਸ ਚੀਜ਼ ਨੂੰ ਚਲਾਉਣ ਲਈ ਇਕਵਿਪਮੈਂਟ ਚਾਹੀਦਾ ਹੁੰਦਾ, ਮਸ਼ੀਨਾਂ ਚਾਹੀਦੀਆਂ ਜਿਹੜਾ ਬਲੱਡ ਨੂੰ ਨੋਰਮਲ ਰੱਖਣ, ਫਿਰ ਉੱਥੇ ਟਰਾਂਸਪੋਰਟੇਸ਼ਨ ਵਾਸਤੇ ਸਾਧਨ ਚਾਹੀਦੇ ਹੁੰਦੇ ਜਿੱਥੇ ਪਹੁੰਚਾਉਣਾ ਹੁੰਦਾ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਥੋੜ੍ਹਾ ਜਿਹਾ ਪੈਸੇ ਕੋਈ ਵੀ ਅਦਾਰਾ ਬਿਨਾਂ ਮਾਇਆ ਤੋਂ ਨਹੀਂ ਚੱਲਦਾ ਗਾ। ਸੋ ਉਹ ਮਾਇਆ ਦਾ ਇੰਤਜ਼ਾਮ ਜਿੱਦਾਂ ਤੁਸੀਂ ਡੋਨੇਸ਼ਨ ਆਪ ਇਕੱਠੀ ਕਰਦੇ ਹੋ ਜਾਂ ਆਪ ਮੁਹਾਰੇ ਆ ਕੇ ਲੋਕ ਤੁਹਾਨੂੰ ਕਹਿੰਦੇ ਕਿ ਠੀਕ ਹੈ ਇੰਨਾ ਕੁ ਸਾਡੇ ਤੋਂ ਲੈ ਲਓ, ਕੀ ਕਿੱਦਾਂ ਚੱਲਦਾ ਉਹ ਕੰਮ? ਜੀ, ਡੋਨੇਸ਼ਨ ਬਾਹਰੋਂ ਕਿਤੋਂ ਵੀ ਨਹੀਂ ਲਈ ਜਾਂਦੀ। ਜਿਹੜੇ ਸਾਡੇ ਨਾਲ ਟੀਮ ਮੈਂਬਰ ਸਾਡੇ ਮੇਰੇ ਜਿਹੜੀ ਸਾਡੀ 11 ਮੈਂਬਰੀ ਟੀਮ ਇੱਥੇ ਕਮੇਟੀ ਜਿਹੜੀ ਆ ਉਹ ਬਣੀ ਹੋਈ ਹੈ, ਔਰ ਉਹਦੇ ਦੌਰਾਨ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਾਡੇ ਵਲੰਟੀਅਰ ਸਾਡੇ ਨਾਲ ਜੁੜੇ ਨੇ। ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਕੇਸ ਐਮਰਜੈਂਸੀ ਹੁੰਦਾ ਹੈ ਤੇ ਅਸੀਂ ਉਹ ਜਿਹੜਾ ਟੀਮ ਜਿਹੜੀ ਹੈ ਰਲ ਕੇ ਖੁਦ ਉਹਨਾਂ ਕਿ ਜਿਹੜਾ ਅਸੀਂ ਗੁਰੂ ਸਾਹਿਬ ਨੇ ਸਮਰੱਥਾ ਜਿੰਨੀ ਜਿਹਨੂੰ ਬਖਸ਼ੀ ਹੈ ਤਾਂ ਉਹਦੇ ਨਾਲ ਉਹ ਸਾਰਾ ਚੱਲ ਜਾਂਦਾ ਹੈ। ਔਰ ਬਲੱਡ ਕੈਂਪ ਜਿਹੜੇ ਨੇ ਉਹ ਤਕਰੀਬਨ ਸਾਲਾਨਾ ਅਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਤਕਰੀਬਨ 4 ਤੋਂ 5 ਜਿਹੜੇ ਬਲੱਡ ਕੈਂਪ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲੱਗਦੇ ਹਨ। ਪੂਰੇ ਪੰਜਾਬ ਦੇ ਵਿੱਚ 25 ਤੋਂ 30 ਬਲੱਡ ਕੈਂਪ ਜਿਹੜੇ ਉਹ ਚੱਲਦੇ ਹਨ। ਔਰ ਉਹ ਬਲੱਡ ਕੈਂਪ ਜਿਹੜੇ ਸਾਡੀਆਂ ਬਲੱਡ ਬੈਂਕ ਜਿਹੜੀਆਂ ਸਰਕਾਰੀ ਸਾਡੀਆਂ ਬਲੱਡ ਬੈਂਕ ਜਾਂ ਪ੍ਰਾਈਵੇਟ ਬਲੱਡ ਬੈਂਕ ਨੇ, ਜਿਹੜੀਆਂ ਲੋੜ ਪੈਣ ਸਮੇਂ ਸਾਡੇ ਉਸੇ ਟਾਈਮ ਸਾਡੇ ਪੇਸ਼ੈਂਟ ਨੂੰ ਜਿਹੜਾ ਬਲੱਡ ਦਿੰਦੀਆਂ ਨੇ, ਔਰ ਬਲੱਡ ਜਿਹੜਾ ਸਾਰਾ ਆ ਉਹਨਾਂ ਬਲੱਡ ਬੈਂਕਾਂ ਦੇ ਵਿੱਚ ਜਾਂਦਾ ਔਰ ਲੋੜਵੰਦਾਂ ਨੂੰ ਜਿਹੜਾ ਉਹ ਮੁਹੱਈਆ ਕਰਾਇਆ ਜਾਂਦਾ ਮੌਕੇ ਤੇ। ਤੇ ਭਾਈ ਸਾਹਿਬ ਜੀ, ਇਹ ਤੁਹਾਡਾ ਜਿੱਦਾਂ ਕੰਟੈਕਟ ਹੈਗਾ ਆ ਵੱਡੇ ਹਸਪੀਟਲਾਂ ਨਾਲ, ਛੋਟਿਆਂ ਨਾਲ, ਉਹਨਾਂ ਕੋਲ ਤੁਹਾਡੇ ਕੰਟੈਕਟ ਹੈਗੇ ਕਿ ਜੇ ਤੁਹਾਨੂੰ ਜ਼ਰੂਰਤ ਪਏ ਤਾਂ ਤੁਸੀਂ ਸਾਡੇ ਨਾਲ ਕਰ ਸਕਦੇ ਹੋ, ਤੇ ਫਿਰ ਜਿਹੜਾ ਟਰਾਂਸਪੋਰਟੇਸ਼ਨ ਹੈ ਤੁਸੀਂ ਆਪ ਉੱਥੇ ਪਹੁੰਚਾ ਕੇ ਆਉਂਦੇ ਹੋ, ਰਾਈਟ? ਜੀ ਬਿਲਕੁਲ ਜੀ, ਸਾਰੇ ਡਾਕਟਰਸ ਸਾਹਿਬਾਨ ਗੁਰੂ ਨਾਨਕ ਹਸਪੀਟਲ ਅੰਮ੍ਰਿਤਸਰ, ਬਟਾਲਾ ਸਿਵਲ ਹਸਪੀਟਲ ਦੇ ਵਿੱਚ ਸਾਡੇ ਜਿਹੜੇ ਆ ਡਾਕਟਰ ਸਾਹਿਬਾਨ ਨੇ ਉਹ ਬਹੁਤ ਵਧੀਆ ਤਰੀਕੇ ਨਾਲ ਪੇਸ਼ੈਂਟ ਨੂੰ ਟੇਕ ਕੇਅਰ ਕਰਦੇ ਨੇ। ਔਰ ਜਿੱਥੇ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਬਹੁਤ ਜ਼ਿਆਦਾ ਕੀਮਤ ਦੇ ਉੱਤੇ ਇਲਾਜ ਹੁੰਦਾ, ਉੱਥੇ ਹੀ ਜਿਹੜੇ ਪ੍ਰਾਈਵੇਟ ਡਾਕਟਰ ਸਰਕਾਰੀ ਡਾਕਟਰ ਨੇ ਬਹੁਤ ਜ਼ਿਆਦਾ ਇੰਟੈਲੀਜੈਂਟ, ਪੜ੍ਹੇ ਲਿਖੇ ਔਰ ਸੂਝਵਾਨ ਨੇ, ਉਹ ਬਹੁਤ ਸਰਕਾਰੀ ਰੇਟ ਦੇ ਉੱਤੇ ਜਿਹੜਾ ਪੇਸ਼ੈਂਟ ਦਾ ਜਿਹੜਾ ਉਹ ਇਲਾਜ ਹੋ ਜਾਂਦਾ ਹੈ। ਅਸੀਂ ਉਹਨਾਂ ਨੂੰ ਪੇਸ਼ੈਂਟ ਨੂੰ ਜਿਹੜਾ ਆਪਣੇ ਵਹੀਕਲ ਦੇ ਉੱਤੇ ਜਾਂ ਐਂਬੂਲੈਂਸ ਦੇ ਉੱਤੇ ਉਸ ਡਾਕਟਰ ਸਾਹਿਬਾਨ ਦੇ ਕੋਲ ਉਸ ਹਸਪੀਟਲ ਦੇ ਵਿੱਚ ਲੈ ਕੇ ਜਾਈਦਾ ਹੈ, ਔਰ ਡਾਕਟਰ ਸਾਹਿਬਾਨ ਬੜੇ ਵਧੀਆ ਤਰੀਕੇ ਨਾਲ ਉਹਨਾਂ ਦੇ ਅੱਜ ਤੱਕ ਆਪਰੇਟ ਕਰਦੇ ਆ ਰਹੇ ਹਨ, ਔਰ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਉਹ ਸਾਡਾ ਸਾਥ ਦਿੰਦੇ ਰਹਿਣ। ਜੀ, ਬਹੁਤ ਵਧੀਆ ਕੰਮ ਕਰ ਰਹੇ ਹੋ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਤੇ ਭਾਈ ਸਾਹਿਬ ਜੀ, ਫਿਰ ਅਗੇਨ ਮੈਂ ਪੁੱਛੂੰਗਾ ਕਿ ਤੁਸੀਂ ਜੇ ਮੰਨ ਲਓ ਕਿਸੇ ਨੇ ਡੋਨੇਟ ਕਰਨਾ ਹੈ ਔਰ ਉਹ ਆਊਟ ਆਫ ਏਰੀਏ ਤੋਂ ਆ ਰਿਹਾ ਆ, ਤੇ ਤੁਸੀਂ ਕੋਈ ਦਿਨ ਬੰਨਿਆ ਹੋਇਆ ਕਿ ਇੰਨੀ ਤਰੀਕ ਨੂੰ ਅਸੀਂ ਕੈਂਪ ਲਾਵਾਂਗੇ? ਕਿਉਂਕਿ ਉਸ ਚੀਜ਼ ਵਾਸਤੇ ਤੁਹਾਨੂੰ ਡਾਕਟਰ, ਨਰਸ, ਹਰ ਚੀਜ਼ ਚਾਹੀਦੀ ਹੁੰਦੀ, ਬੰਦੇ ਦੀ ਹੈਲਥ ਵੀ ਚੈੱਕ ਕਰਨੀ ਹੁੰਦੀ ਆ। ਕੋਈ ਦਿਨ ਬੰਨਿਆ ਹੋਇਆ ਆ ਵੀ ਫਲਾਨੀ ਤਰੀਕ ਨੂੰ ਫਲਾਨੀ ਜਗ੍ਹਾ ਆ ਜਾਓ, ਜਾਂ ਫਿਰ ਕੋਈ ਹੋਰ ਸਿਸਟਮ ਰੱਖਿਆ ਹੋਇਆ? ਜੀ ਦੇਖੋ ਜੀ, ਜਦੋਂ ਕਿਸੇ ਕੋਲ ਟਾਈਮ ਨਹੀਂ ਹੁੰਦਾ ਕਿ ਉਹ ਆਪਣੇ ਟਾਈਮ ਦੇ ਮੁਤਾਬਕ ਹੀ ਬਲੱਡ ਡੋਨੇਟ ਕਰਨਾ ਚਾਹੁੰਦਾ ਹੈ, ਤਾਂ ਉਹ ਸਾਨੂੰ ਕਾਲ ਕਰ ਸਕਦੇ ਹਨ, ਜਿੱਥੇ ਵੀ ਉਹਨਾਂ ਨੂੰ ਲਾਗੇ ਪੈਂਦਾ ਜਾਂ ਬਟਾਲਾ ਏਰੀਆ ਜਾਂ ਪੂਰੇ ਪੰਜਾਬ ਦੇ ਵਿੱਚ ਕਿੱਥੇ ਵੀ ਉਹ ਰਹਿ ਰਹੇ ਹਨ, ਤਾਂ ਉਹ ਸਾਨੂੰ ਦੱਸ ਸਕਦੇ ਨੇ ਕਿ ਅਸੀਂ ਆਪਣਾ ਬਲੱਡ ਡੋਨੇਟ ਕਰਨਾ ਹੈ। ਤਾਂ ਉਹਨਾਂ ਨੂੰ ਅਸੀਂ ਉਹਨਾਂ ਦੇ ਕੋਲ ਹੀ ਜਿਹੜੀ ਬਲੱਡ ਬੈਂਕ ਮੁਹੱਈਆ ਹੋਵੇਗੀ, ਉਹਨਾਂ ਦੇ ਲਾਗੇ ਜਿਹੜੀ ਡੈਸਟੀਨੇਸ਼ਨ ਹੋਵੇਗੀ, ਅਸੀਂ ਉੱਥੇ ਹੀ ਉਹਨਾਂ ਦਾ ਬਲੱਡ ਡੋਨੇਟ ਕਰਵਾ ਦਾਂਗੇ। ਬਾਕੀ ਜਿਹੜੇ ਬਲੱਡ ਕੈਂਪ ਨੇ ਉਹ ਸਾਡੇ ਡੇਟ ਵਾਈਜ਼ ਜਿਹੜੇ ਫਿਕਸ ਹੁੰਦੇ ਨੇ ਕਿ ਜਿਸ ਤਰ੍ਹਾਂ ਵੀ ਜਿਸ ਕਿਸੇ ਇਲਾਕੇ ਦੇ ਵਿੱਚ ਡਿਮਾਂਡ ਆਉਂਦੀ ਹੈ ਕਿ ਅਸੀਂ ਬਲੱਡ ਕੈਂਪ ਰੱਖਣਾ ਚਾਹੁੰਦੇ ਹਾਂ, ਉਹਦੇ ਅਨੁਸਾਰ ਜਿਹੜਾ ਹੈ ਉਹ ਟਾਈਮ ਸਾਰਿਆਂ ਨੂੰ ਦਿੱਤਾ ਜਾਂਦਾ। ਵੈਰੀ ਨਾਈਸ। ਖਾਲਸਾ ਜੀ, ਉਹ ਗੱਲ ਫਿਰ ਆਪਣੀ ਉੱਥੇ ਆ ਜਾਣੀ ਹੈ ਕਿ ਜਿਹੜੀ ਤੁਸੀਂ ਇੱਕ ਮਾਤਾ ਦਾ ਸ਼ਾਇਦ ਰਸੌਲੀ ਦਾ ਆਪਰੇਸ਼ਨ ਸੀ, ਉਹ ਕਿਵੇਂ ਨੇ, ਤੇ ਉਹ ਜੇ ਹੋਰ ਕਿਸੇ ਨੂੰ ਉਸ ਚੀਜ਼ਾਂ ਦੀ ਲੋੜ ਹੁੰਦੀ ਹੈ ਤੇ ਕਿ ਉਹ ਤੁਹਾਡੇ ਗਰੁੱਪ ਨੂੰ ਕੰਟੈਕਟ ਕਰਨ, ਤੁਹਾਨੂੰ ਕਰਨ, ਕੀ ਸਿਸਟਮ ਕੀ ਰੱਖਿਆ ਹੋਇਆ?
ਹਾਂਜੀ, ਸਾਡਾ ਗਰੁੱਪ ਬਣੇ ਹੋਏ ਨੇ ਤਕਰੀਬਨ ਸਾਰੇ। ਇੱਥੇ ਜਦੋਂ ਵੀ ਸਾਡਾ ਕੋਈ ਆਫਿਸ ਨਹੀਂ ਆਪਾਂ ਬਣਾਇਆ, ਕੋਈ ਇਸ ਦਾ ਬੈਂਕ ਅਕਾਊਂਟ ਨਹੀਂ ਬਣਾਇਆ ਅਸੀਂ। ਜਿਸ ਤਰ੍ਹਾਂ ਕਿ ਕੋਈ ਡਾਇਰੈਕਟ ਆਣ ਕੇ ਮਿਲਦਾ ਹੈ ਜਾਂ ਫੋਨ ਕਾਲ ਕਰਦਾ ਹੈ, ਤਾਂ ਸਾਡੀ ਟੀਮ ਪਹਿਲਾਂ ਉਹ ਸਾਰਾ ਉਹਨਾਂ ਦਾ ਸਰਵੇ ਕਰਦੀ ਹੈ, ਬੈਕਅਪ ਤੱਕ ਜਾਂਦੀ ਹੈ। ਔਰ ਵਾਕਈ ਜੇ ਕੋਈ ਨੀਡੀ ਪੇਸ਼ੈਂਟ ਹੈਗਾ ਹੈ ਤਾਂ ਫਿਰ ਅਸੀਂ ਉਹ ਕੇਸ ਪਾਸ ਕਰਕੇ ਜਿਹੜਾ ਆ ਜਿਹੜੇ ਦਾਨੀ ਵੀਰ ਸੱਜਣ ਨੇ ਉਹਨਾਂ ਨੂੰ ਡਾਇਰੈਕਟ ਹੀ ਉਹਨਾਂ ਤੱਕ ਪਹੁੰਚਾਇਆ ਜਾਂਦਾ ਕਿ ਜੇ ਤੁਸੀਂ ਇਹਨਾਂ ਦਾ ਜੇਕਰ ਕਿਸੇ ਦੇ 5000 ਰੁਪਏ ਦਾ ਸੰਬੰਧ ਕੱਢਣਾ ਹੈ ਤਾਂ ਡਾਇਰੈਕਟ ਹੀ ਉਸ ਪੇਸ਼ੈਂਟ ਦੇ ਕੋਲ ਡਾਕਟਰ ਸਾਹਿਬਾਨ ਜੇ ਕਿਸੇ ਦਾ ਆਪਰੇਸ਼ਨ ਹੋਣਾ ਹੈ ਜਾਂ ਕਿਸੇ ਬੱਚੇ ਦੀ ਫੀਸ ਅਦਾ ਕਰਨੀ ਹੈ ਜਾਂ ਕੋਈ ਵੀ ਇਹੋ ਜਿਹਾ ਕਾਰਜ ਕਰਨਾ ਤਾਂ ਡਾਇਰੈਕਟ ਅਸੀਂ ਉਸ ਦਾਨੀ ਸੱਜਣ ਨੂੰ ਉਸ ਪੀੜਤ ਤੱਕ ਪਹੁੰਚਾ ਕੇ ਜਿਹੜਾ ਹੈ ਉਹਨਾਂ ਦਾ ਜੋ ਵੀ ਕੇਸ ਆ ਉਹ ਹੱਲ ਕੀਤਾ ਜਾਂਦਾ। ਜੀ ਜੀ। ਇੱਕ ਖਾਲਸਾ ਜੀ ਹੁਣ ਫਿਰ ਟਿੱਪਣੀ ਆਈ, ਕੋਈ ਤੁਗਲਵਾਲ ਕਬੱਡੀ ਖਿਡਾਰੀ ਦਾ ਕੋਈ ਮਸਲਾ ਸਾਹਮਣੇ ਆਇਆ ਸੀਗਾ, ਉਹ ਸ਼ੇਅਰ ਕਰੋਗੇ? ਕੀ ਗੱਲਬਾਤ ਕੀ ਬਾਤ ਹੈ ਜੇ ਸ਼ੇਅਰ ਕਰਨ ਵਾਲੀ ਹੈ ਤਾਂ? ਕਿਸ ਤਰ੍ਹਾਂ ਜੀ, ਮੈਂ ਸਮਝਿਆ ਨਹੀਂ। ਤੁਗਲਵਾਲ ਪਿੰਡ ਆ ਜੀ ਤੇ ਉੱਥੇ ਕੋਈ ਕਬੱਡੀ ਖਿਡਾਰੀ ਦਾ ਕੋਈ ਮਸਲਾ ਸਾਹਮਣੇ ਆਇਆ ਸੀ। ਹਾਂਜੀ, ਉਹ ਕੀ ਮਸਲਾ ਕੀ ਸੀ ਜੀ? ਜੀ ਮਸਲਾ ਇਸ ਤਰ੍ਹਾਂ ਸੀ ਜੀ, ਉਹ ਕਬੱਡੀ ਖਿਡਾਰੀ ਸੀਗਾ। ਕਬੱਡੀ ਖੇਡਦਿਆਂ ਉਸ ਖਿਡਾਰੀ ਦੀ ਜਿਹੜੀ ਆ ਉਹ ਲੱਤ ਜਿਹੜੀ ਫ੍ਰੈਕਚਰ ਹੋ ਜਾਂਦੀ ਹੈ ਔਰ ਉਹ ਬਹੁਤ ਜ਼ਿਆਦਾ ਨੀਡੀ ਪਰਿਵਾਰ ਸੀਗਾ। ਉਹਨਾਂ ਦੇ ਕੋਈ ਆਮਦਨ ਦਾ ਸਾਧਨ ਨਹੀਂ ਸੀ, ਘਰ ਵੀ ਕੱਚਾ ਸੀਗਾ। ਸਾਡੇ ਪਿੰਟੂ ਰਿਆੜ ਜੀ, ਧੰਨ ਗੁਰੂ ਨਾਨਕ ਧੰਨ ਸ੍ਰੀ ਸਿੱਖੀ ਸੇਵਾ ਸੁਸਾਇਟੀ ਹਾਂਗਕਾਂਗ ਤੋਂ ਦਾਸ, ਉਹਨਾਂ ਦੇ ਨਾਲ ਵੀ ਟਾਈ ਅਪ ਆ। ਸਾਡੇ ਪਿੰਟੂ ਰਿਆੜ ਜੀ ਆ ਔਰ ਉਹਨਾਂ ਵੱਲੋਂ ਦਾਸ ਨੂੰ ਹੁਕਮ ਲਾਇਆ ਗਿਆ ਸੀ ਔਰ ਜਿਹੜੀ ਰਾਸ਼ੀ ਭੇਜੀ ਗਈ ਔਰ ਕੁਝ ਹਿੱਸਾ ਪਾ ਕੇ ਉਸ ਕਬੱਡੀ ਖਿਡਾਰੀ ਦਾ ਜਿਹੜਾ ਹੈ ਉਹ ਲੱਤ ਦਾ ਆਪਰੇਟ ਕਰਾਇਆ ਗਿਆ ਔਰ ਉਹ ਹੁਣ ਆਪਣੇ ਪੈਰਾਂ ਤੇ ਜਿਹੜਾ ਖੜ ਕੇ ਦੁਬਾਰਾ ਕੋਸ਼ਿਸ਼ ਕਰ ਰਿਹਾ ਕਿ ਉਹ ਕਬੱਡੀ ਜਿਹੜੀ ਖੇਡ ਸਕੇ। ਜੀ ਜੀ ਜੀ। ਤੇ ਉਹਦੀ ਸਿਹਤ ਹੁਣ ਪ੍ਰੋਗਰੈਸ ਕਰ ਰਹੀ ਹੈ ਅੱਗੇ ਨੂੰ? ਜੀ ਬਿਲਕੁਲ ਠੀਕ ਹੈ, ਉਹ ਚੱਲ ਫਿਰ ਸਕਦਾ। ਜੀ ਜੀ। ਤੇ ਖਾਲਸਾ ਜੀ ਗੱਲ ਆਪਾਂ ਘੁੰਮ ਕੇ ਫਿਰ ਤੁਹਾਡੇ ਮਾਤਾ ਜੀ ਤੇ ਲੈ ਆਉਂਦੇ ਆ। ਉਹਨਾਂ ਨੇ ਜਦੋਂ ਸਾਰੀ ਹੁਣ ਤੁਹਾਡੇ ਕੋਲ ਆ ਕੇ ਰਹੇ ਵੀ ਆ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਇੱਕ ਬਿਨਾਂ ਮਾਂ ਬਾਪ ਦਾ ਬੇਟਾ 35 ਸਾਲਾਂ ਦਾ ਹੋ ਗਿਆ, ਉਹ ਇੱਕ ਸਮਾਜ ਸੇਵਾ ਵੀ ਕਰ ਰਿਹਾ, ਉੱਤੋਂ ਗੁਰਸਿੱਖਿਆ ਔਰ ਗੁਰਬਾਣੀ ਨਾਲ ਬਹੁਤ ਜੁੜਿਆ ਹੋਇਆ ਹੈ। ਕਿੱਦਾਂ ਦਾ ਫੀਲ ਕੀਤਾ ਉਹਨਾਂ ਨੇ? ਹਾਂਜੀ, ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਕਿਉਂਕਿ ਉਹਨਾਂ ਦਾ ਦੂਸਰਾ ਮੇਰਾ ਬ੍ਰਦਰ ਜਿਹੜਾ ਹੁਣ ਮੈਨੂੰ ਮਿਲਿਆ ਹੈ, ਦੂਸਰਾ ਬੇਟਾ, ਉਹ ਵੀ ਬਹੁਤ ਨਾਈਸ ਆ, ਉਹ ਵੀ ਗੁਰਸਿੱਖ ਹੈ ਔਰ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ। ਭਾਵੇਂ ਉਹ ਸਰੀਰਕ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਹੈ, ਉਹਨਾਂ ਦੀ ਬੋਡੀ ਦੇ ਵਿੱਚ ਕਈ ਸਾਰੀਆਂ ਪ੍ਰੋਬਲਮਸ ਨੇ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਦੇਖੇ ਨੇ, ਪਰ ਉਹ ਇੱਥੇ ਆ ਕੇ ਕਹਿ ਰਹੇ ਹੈ ਕਿ ਮੈਂ ਆਪਣੇ ਬੱਚਿਆਂ ਦੇ ਕੋਲ ਆ ਗਈ ਹਾਂ। ਮੇਰਾ ਉੱਥੇ ਵੀ ਮੇਰੇ ਬੱਚੇ ਹਨ ਔਰ ਹੁਣ ਮੇਰੇ 4 ਬੱਚੇ ਜਿਹੜੇ ਹੋ ਗਏ ਨੇ ਔਰ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ, ਮੈਨੂੰ ਵਾਕਰ ਦੀ ਜ਼ਰੂਰਤ ਨਹੀਂ ਹੈਗੀ। ਮੇਰੀਆਂ 2 ਬਾਹਾਂ ਜਿਹੜੀਆਂ, ਮੇਰੀਆਂ 2 ਲੱਤਾਂ, ਉਹ ਮੈਨੂੰ ਮੇਰੀ ਸੇਵਾ ਕਰਨਗੀਆਂ। ਉਹ ਇੰਨੇ ਦੁੱਖਾਂ ਦੇ ਬਾਵਜੂਦ ਹੁਣ ਕਹਿ ਰਹੇ ਕਿ ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਖਾਲਸਾ ਜੀ ਬੜੀ ਪ੍ਰੇਰਣਾ ਮਿਲਦੀ ਹੈ ਤੁਹਾਡੇ ਤੋਂ ਤੇ ਤੁਸੀਂ ਯੂਥ ਨੂੰ ਖਾਸ ਕਰਕੇ ਦੁੱਖ ਹੁੰਦਾ ਹੈ ਜਦੋਂ ਬੱਚੇ ਤੇ ਬੱਚੀਆਂ, ਹੁਣ ਤਾਂ ਤੁਸੀਂ ਦੇਖਿਆ ਹੋਣਾ ਮਜੀਠਾ ਏਰੀਏ ਦੀ ਕਈ ਸ਼ਾਇਦ ਏਰੀਆ ਸੀ ਜਾਂ ਅੰਮ੍ਰਿਤਸਰ ਕੋਲ ਦੇ, ਕਿੱਦਾਂ ਬੱਚੇ ਨਸ਼ੇ ਦੇ ਟੀਕੇ ਜਾਂ ਕੋਈ ਕਾਲਾ ਪੀਲਾ ਚਿੱਟਾ ਜਾਂ ਕੁਝ ਜਾਂ ਖਾ ਪੀ ਕੇ ਕਿੱਦਾਂ ਕੋਈ ਝਾੜੀਆਂ 'ਚ ਡਿੱਗਿਆ ਪਿਆ, ਕਿਸ ਦੀ ਮੌਤ ਹੋ ਜਾਂਦੀ ਆ, ਸਿਰਿੰਜ ਵਿੱਚ ਹੀ ਰਹਿ ਜਾਂਦੀ ਆ। ਬੜਾ ਦੁੱਖ ਹੁੰਦਾ। ਔਰ ਇੱਕ ਪਾਸੇ ਤੁਸੀਂ ਹੋ ਕਿ ਹਾਲਾਤਾਂ ਨਾਲ, ਹਰੇਕ ਤਰ੍ਹਾਂ ਦੇ ਹਾਲਾਤ ਨਾਲ ਨਜਿੱਠ ਕੇ ਤੁਸੀਂ ਤੇ ਇੱਕ ਗੁਰਸਿੱਖ ਵੀ ਬਣੇ ਹੋ ਔਰ ਇੱਕ ਸਮਾਜ ਸੇਵੀ ਵੀ ਬਣੇ ਹੋ। ਕੋਸ਼ਿਸ਼ ਕਰਿਓ ਉਸ ਯੂਥ ਨੂੰ ਕਲਾਸਿਸ ਜਾਂ ਕੋਈ ਵਰਕਸ਼ਾਪ ਦੇਣ ਦੀ ਕਿ ਜ਼ਿੰਦਗੀ ਉਹ ਨਹੀਂ ਹੈ, ਜ਼ਿੰਦਗੀ ਆ ਕਿ ਹਰੇਕ ਤਰ੍ਹਾਂ ਦੇ ਹਾਲਾਤ ਨਾਲ ਲੜ ਕੇ ਤੁਸੀਂ ਅੱਗੇ ਵਧਦੇ ਰਹੋ। ਕੀ ਕਹਿਣਾ ਚਾਹੋਗੇ? ਜੀ ਬਿਲਕੁਲ ਜੀ, ਸਾਡੇ ਸਮਰ ਕੈਂਪ ਵੀ ਚੱਲਦੇ ਰਹਿੰਦੇ ਨੇ। ਜਦੋਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਤੇ ਅਸੀਂ ਸਮਰ ਕੈਂਪ ਦੇ ਵਿੱਚ ਬੱਚਿਆਂ ਦੀਆਂ ਕਲਾਸਾਂ, ਵਧੀਆ ਤੋਂ ਵਧੀਆ ਟੀਚਰ ਜਿਹੜੇ ਨੇ, ਲੈਕਚਰਰ ਨੇ, ਉਹਨਾਂ ਦੇ ਲੈਕਚਰ ਜਿਹੜੇ ਉਹਨਾਂ ਤੱਕ ਪਹੁੰਚਾਈਦੇ। ਔਰ ਕਈ ਜਿਹੜੇ ਨਸ਼ਿਆਂ ਦੇ ਉੱਤੇ ਲੱਗ ਚੁੱਕੇ ਨੇ, ਤਕਰੀਬਨ ਇੱਥੋਂ ਤੱਕ ਕਿ ਕਈਆਂ ਦੇ ਨਸ਼ੇ ਜਿਹੜੇ ਉਹ ਛੁਡਾਏ ਵੀ ਜਾ ਚੁੱਕੇ ਨੇ, ਉਹਨਾਂ ਨੂੰ ਆਪਣੀ ਸੰਗਤ ਦੇ ਵਿੱਚ ਰੱਖ ਕੇ ਅਸੀਂ ਜਿਹੜਾ ਆ ਉਹ ਸਾਡੀ ਟੀਮ ਜਿਹੜਾ ਕੰਮ ਕਰਦੀ ਹੈ। ਬਟ ਕਿਤੇ ਨਾ ਕਿਤੇ ਇਹ ਸਮਾਜ ਨੂੰ ਔਰ ਸਾਨੂੰ ਸਾਰਿਆਂ ਨੂੰ ਇਹ ਉਦਮ ਕਰਨਾ ਚਾਹੀਦਾ ਕਿ ਨਸ਼ੇ ਦੀ ਜਿਹੜੀ ਮਾੜੀ ਕੁਰੀਤੀ ਹੈ ਇਸ ਨੂੰ ਜਲਦੀ ਤੋਂ ਜਲਦੀ ਪੰਜਾਬ ਨੂੰ ਖਤਮ ਕੀਤਾ ਜਾਵੇ। ਤੇ ਤੁਸੀਂ ਜਿੱਦਾਂ ਤੁਸੀਂ ਕਿਹਾ ਕਿ ਸਮਰ ਕੈਂਪ ਦੇ ਵਿੱਚ, ਸਮਰ ਕੈਂਪ ਮਤਲਬ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਸਕੂਲਾਂ 'ਚ ਲਗਾ ਰਹੇ ਹੋ ਤੁਸੀਂ? ਹਾਂਜੀ, ਗੁਰਦੁਆਰਿਆਂ ਦੇ ਵਿੱਚ ਕੈਂਪ ਲੱਗਦੇ ਨੇ ਔਰ ਉੱਥੇ ਬੱਚਿਆਂ ਨੂੰ ਜਦੋਂ ਛੁੱਟੀਆਂ ਹੁੰਦੀਆਂ ਔਰ ਉਹ 1 ਮਹੀਨਾ ਜਿਹੜਾ ਸਮਰ ਕੈਂਪ ਜਿਹੜੇ ਸਾਡੇ ਚੱਲਦੇ। ਵੈਰੀ ਗੁੱਡ, ਵੈਰੀ ਗੁੱਡ। ਕੁਛ ਤੁਸੀਂ ਯੂਥ ਨੂੰ ਕਹਿਣਾ ਚਾਹੋਗੇ ਜਾਂ NRIs ਦੀ ਜਿਹੜੀ ਯੂਥ ਹੈ ਉਹਨਾਂ ਨੂੰ ਕਿਸੇ ਨੂੰ ਕੋਈ ਸੁਨੇਹਾ ਲਾਉਣਾ ਚਾਹੁੰਦੇ? ਆਪਣੇ ਕੋਲ 1-2 ਮਿੰਟ ਹੈਗੇ ਜੀ। ਹਾਂਜੀ ਬਿਲਕੁਲ ਜੀ, ਮੈਂ ਤਾਂ ਇਹੀ ਚਾਹੁੰਦਾ ਹਾਂ ਕਿ ਦੇਖੋ ਧਰਮ ਸਾਰੇ ਜਿਹੜੇ ਨੇ ਉਹ ਸਤਿਕਾਰਯੋਗ ਨੇ। ਸਾਰੇ ਹੀ ਧਰਮ ਸਾਨੂੰ ਜਿਉਣਾ ਸਿਖਾਉਂਦੇ ਨੇ, ਜੀਣ ਦੀ ਜਾਚ ਸਿਖਾਉਂਦੇ ਨੇ, ਪਰ ਸਭ ਤੋਂ ਪਹਿਲਾ ਧਰਮ ਇਨਸਾਨੀਅਤ ਆ। ਇਨਸਾਨ ਬਣੋ ਔਰ ਇਨਸਾਨੀਅਤ ਦੇ ਵਾਸਤੇ ਪਹਿਲ ਕਦਮ ਕਰੋ। ਦੇਖੋ ਸਾਰੇ ਧਰਮ ਅੱਜ ਕੱਲ੍ਹ
ਇਸ ਗੱਲ ਦੇ ਵਿੱਚ ਲੱਗੇ ਨੇ ਕਿ ਕੁਆਂਟੀਟੀ ਵਧੇ, ਪਰ ਕੁਆਂਟੀਟੀ ਨਾਲੋਂ ਕੁਆਲਿਟੀ ਜਿਹੜੀ ਜ਼ਿਆਦਾ ਮਾਇਨੇ ਰੱਖਦੀ ਹੈ। ਕਿਉਂਕਿ ਹਰ ਇੱਕ ਸਿੱਖ ਕਹਿ ਰਿਹਾ ਕਿ ਮੈਂ ਜ਼ਿਆਦਾ ਸਿੱਖ ਬਣਾ ਲਾਂ, ਔਰ ਹਿੰਦੂ ਕਹਿ ਰਿਹਾ ਕਿ ਸਾਡੇ ਹਿੰਦੂਆਂ ਦੀ ਗਿਣਤੀ ਵੱਧ ਹੋ ਜਾਏ, ਮੁਸਲਿਮ ਕਹਿੰਦੇ ਸਾਡੀ ਗਿਣਤੀ ਵੱਧ ਹੋਵੇ। ਪਰ ਵੱਧ ਦੇ ਨਾਲੋਂ ਜੇ ਕੁਆਂਟੀਟੀ ਦੇ ਨਾਲੋਂ ਕੁਆਲਿਟੀ ਰੱਖੀ ਜਾਵੇ ਤਾਂ ਇਸ ਤਰ੍ਹਾਂ ਦੇ ਝਗੜੇ ਆਪਸ ਦੇ ਵਿੱਚ ਮਨਮਿਟਾਵ ਜਿਹੜੇ ਉਹ ਮਿਟ ਕੇ ਇੱਕ ਪੂਰਨ ਰੂਪ ਤੇ ਪਹਿਲਾਂ ਇਨਸਾਨ ਬਣੀਏ, ਉਸ ਤੋਂ ਬਾਅਦ ਜਿਹੜਾ ਸਾਡਾ ਧਰਮ ਹੈ। ਔਰ ਦੂਸਰੀ ਬੇਨਤੀ ਇਹ ਹੈ ਕਿ ਜਿਹੜੇ ਸਾਡੇ ਸਮਾਜ ਦੇ ਵਿੱਚ ਇੱਕ ਬੜੀ ਤਰਾਸਦੀ ਦੀ ਗੱਲ ਚੱਲਦੀ ਹੈ ਕਿ ਬਹੁਤ ਸਾਰੇ ਬਿਰਧ ਆਸ਼ਰਮ ਜਿਹੜੇ ਖੁੱਲੇ ਹੋਏ ਹਨ। ਅਸੀਂ ਆਪਣੇ ਮਾਂ ਪਿਓ ਨੂੰ ਜਿਹੜਾ ਘਰੋਂ ਕੱਢ ਕੇ ਉੱਥੇ ਛੱਡ ਕੇ ਆ ਰਹੇ ਹਾਂ, ਔਰ ਸਾਰਿਆਂ ਨੂੰ ਬੇਨਤੀ ਹੈ ਕਿ ਮਾਂ ਜਿਹੜੀ ਹੈ ਇਹ ਅਜਿਹਾ ਰਿਸ਼ਤਾ ਹੈ ਜਿਸ ਰਿਸ਼ਤੇ ਦੇ ਵਿੱਚ ਕਿਸੇ ਕਿਸਮ ਦਾ ਕੋਈ ਲਾਲਚ ਨਹੀਂ ਹੈ। ਤੁਹਾਡਾ ਮਾਂ ਪਿਓ ਤੁਹਾਡੇ ਕੋਲ ਕੁਛ ਨਹੀਂ ਮੰਗਦਾ, ਸਿਰਫ ਉਹਨਾਂ ਨੂੰ ਇੱਜ਼ਤ ਔਰ ਪਿਆਰ ਚਾਹੀਦਾ। ਜੇਕਰ ਅੱਜ ਅਸੀਂ ਕਿਸੇ ਮੁਕਾਮ ਤੱਕ ਪਹੁੰਚੇ ਹਾਂ, ਜੇਕਰ ਸਾਡੀ ਕਿਤੇ ਹੋਂਦ ਹੈ ਤਾਂ ਸਾਡੇ ਮਾਂ ਪਿਓ ਦਾ ਕਰਕੇ ਹੈ, ਔਰ ਮਾਂ ਪਿਓ ਦੀ ਸੇਵਾ ਜਿਹੜੀ ਹੈ ਸਭ ਤੋਂ ਉੱਤਮ ਸੇਵਾ ਹੈ। ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਬਿਰਧ ਆਸ਼ਰਮਾਂ ਦਾ ਜਿਹੜਾ ਅਸੀਂ ਇਹ ਵੀ ਪ੍ਰਤੀਕਿਰਿਆ ਥੋੜੇ ਸਮੇਂ ਤੱਕ ਸ਼ੁਰੂ ਕਰ ਰਹੇ ਹਾਂ ਸਾਰੀ ਟੀਮ ਰਲ ਕੇ, ਕਿ ਕਾਫੀ ਸਾਰੇ ਬਜ਼ੁਰਗ ਜਿਹੜੇ ਉਹਨਾਂ ਦੀ ਸੇਵਾ ਸੰਭਾਲ ਜਿਹੜੀ ਉਹ ਚੱਲ ਰਹੀ ਹੈ, ਔਰ ਗੁਰੂ ਸਾਹਿਬ ਕਿਰਪਾ ਕਰਨ ਇਹ ਬਿਰਧ ਆਸ਼ਰਮ ਜਲਦ ਤੋਂ ਜਲਦ ਜਿਹੜੇ ਉਹ ਖਤਮ ਹੋਣ। ਜੀ ਖਾਲਸਾ ਜੀ, ਵਕਤ ਇਜਾਜ਼ਤ ਨਹੀਂ ਦੇ ਰਿਹਾ। ਕੁਐਸਚਨ ਆਪਾਂ ਸਮਾਜ ਸੇਵਾ ਤੇ ਹੋਰ ਵੀ ਕਰ ਸਕਦੇ ਸੀ, ਔਰ ਤੁਹਾਡੀ ਜਿਹੜੇ ਉਪਰਾਲੇ ਆ ਲਗਾਤਾਰ ਤੁਸੀਂ ਜਾਰੀ ਰੱਖਿਓ। ਤੁਸੀਂ ਆਪਦੇ ਮਾਤਾ ਜੀ ਨੂੰ ਮਿਲੇ, ਸਾਡੇ ਵੱਲੋਂ ਉਹਨਾਂ ਨੂੰ ਵੀ ਪ੍ਰਣਾਮ ਹੈ, ਸਤਿ ਸ਼੍ਰੀ ਅਕਾਲ ਹੈ, ਅਤੇ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਅਗੇਨ। ਅਦਾਰਾ ਜਸ ਪੰਜਾਬੀ ਵੱਲੋਂ ਵੀ ਵਧਾਈਆਂ ਤੁਹਾਨੂੰ, ਅਤੇ ਇੱਥੇ NRI ਸਾਰੇ ਕਾਫੀ ਲੋਕ ਖੁਸ਼ ਨੇ। ਕੋਸ਼ਿਸ਼ ਕਰਿਓ ਆਹੀ ਸੰਦੇਸ਼ਾਂ ਲਾਉਂਦੇ ਰਹੋ। ਕੁਦਰਤ ਪੇ ਆਫ ਜ਼ਰੂਰ ਕਰਦੀ ਹੈ, ਤੁਸੀਂ ਚੰਗਾ ਕਰਦੇ ਸੀ, ਤੁਹਾਨੂੰ ਦੇਖੋ ਕਿੱਡਾ ਵੱਡਾ ਫਲ ਦਿੱਤਾ ਪਰਮਪਿਤਾ ਪਰਮਾਤਮਾ ਨੇ। ਇੱਦਾਂ ਹੀ ਤੁਸੀਂ ਯੂਥ ਨੂੰ ਸੁਨੇਹਾ ਦਿੰਦੇ ਰਹੋ, ਤਾਂ ਇੱਦਾਂ ਹੀ ਕੰਮ ਕਰਦੇ ਰਹੋ। ਤੁਸੀਂ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਖੀਰ 'ਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਦਰਸ਼ਕੋ, ਇਹ ਸਨ ਜਗਜੀਤ ਸਿੰਘ ਕਾਦੀਆਂ, ਜਿਹੜੇ ਕਿ ਆਪਦੀ ਮਦਰ ਨੂੰ 35 ਸਾਲਾਂ ਬਾਅਦ ਮਿਲੇ ਹੈ। ਤੁਹਾਡੇ ਰੂਬਰੂ ਕੀਤਾ ਇੰਟਰਵਿਊ। ਕਿੱਦਾਂ ਦਾ ਪ੍ਰੋਗਰਾਮ ਰਿਹਾ, ਤੁਹਾਡੀ ਟਿੱਪਣੀਆਂ ਦੀ ਵੇਟ ਰਹੂਗੀ। ਅੱਜ ਦਾ ਪ੍ਰੋਗਰਾਮ ਇੱਥੋਂ ਤੱਕ ਹੀ ਸੀ। ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।